770 ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿਲੀ ਦੀਆਂ ਗੱਲਾਂ ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ। ਰੇਡੀਓ ਜ਼ਿੰਦਾਬਾਦ। कुछ चीजां दी राखी करना बनदी आ, लोड़ भी हैगी। चंगा एजेंट, वधिया सर्विस, द बेस्ट रेट्स, up to 80% discounts on car insurance। गल की ऑटो, होम, लाइफ, ट्रकिंग फ्लीट्स एंड नॉन फ्लीट्स, डिसेबिलिटी, ग्रुप बेनिफिट्स, किदा दी भी कवरेज लवो। आर्मर चेते रखो, आर्मर इंश्योरेंस इज पार्टनर्स with leading Canadian insurance companies। 24/7 online quotes 2-3 मिनटा में चलवो। आर्मर इंश्योरेंस ब्रोकर्स 905452 5127 905 452 5127। ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਨਿੱਘੀ ਜੀ ਆਇਆਂ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਹਰ ਐਤਵਾਰ ਦੀ ਤਰ੍ਹਾਂ ਤੁਹਾਡੇ ਨਾਲ ਫਿਰ ਰੂਬਰੂ ਹੋਏ ਹਾਂ। ਤੁਹਾਡਾ ਹੋਸਟ ਤੇ ਦੋਸਤ ਰੁਪਿੰਦਰ ਹੇਰ ਕੁਛ ਐਸੇ ਟੌਪਿਕ ਲੈ ਕੇ, ਕੁਛ ਐਸੀਆਂ ਗੱਲਾਂ ਜਿਹੜੀਆਂ ਕਿ ਸਾਡੇ ਸਮਾਜ ਨੂੰ, ਸਾਡੇ ਸਭ ਨੂੰ ਕਿਤੇ ਨਾ ਕਿਤੇ ਅਸਰ ਕਰਦੀਆਂ ਨੇ। ਕਈ ਵਾਰ ਅਸੀਂ ਉਹਨਾਂ ਦੀਆਂ ਗੱਲਾਂ ਨਹੀਂ ਕਰਦੇ, ਕਈ ਵਾਰ ਅਸੀਂ ਅਵੋਇਡ ਕਰਦੇ ਹਾਂ, ਮਗਰ ਅਵੋਇਡ ਕੀਤਿਆਂ ਕੋਈ ਸੋਲਿਊਸ਼ਨ ਨਹੀਂ ਲੱਭਦਾ। ਔਰ ਇਸੇ ਕਰਕੇ ਰੇਡੀਓ ਜ਼ਿੰਦਾਬਾਦ 'ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਸੀਂ ਇੱਕ ਦੂਸਰੇ ਨੂੰ ਅਵੇਅਰ ਕਰੀਏ, ਅਸੀਂ ਜਾਣਕਾਰੀ ਦਈਏ ਤਾਂ ਕਿ ਸਾਡੇ ਸੁਣਨ ਵਾਲੇ ਜਿਹੜੇ ਆ ਜਾਂ ਕੋਈ ਵੀ ਉਹਦੇ ਤੋਂ ਫਾਇਦਾ ਲੈ ਸਕਣ। ਅੱਜ ਦਾ ਵੀ ਐਸਾ ਹੀ ਟੌਪਿਕ ਹੈ। ਔਰ ਇਹ ਕਿਉਂ ਜ਼ਰੂਰੀ ਬਣਿਆ ਇਹ ਟੌਪਿਕ, ਕਿਉਂਕਿ ਸਾਨੂੰ ਸਭ ਨੂੰ ਪਤਾ ਕਿ ਲੰਡਨ ontario ਦੇ ਵਿੱਚ ਇੱਕ ਇਨਸਾਨ ਨੇ 3 ਪੀੜ੍ਹੀਆਂ ਜਿਹੜੀਆਂ ਨੇ ਉਹ ਮਾਰ ਦਿੱਤੀਆਂ। 4 ਪਰਿਵਾਰ ਦੇ ਜੀਅ ਜਿਹੜੇ ਆ ਉਹ ਮਾਰੇ ਗਏ। ਕਸੂਰ ਕੀ ਸੀ? ਕਸੂਰ ਇਹ ਸੀਗਾ ਉਹਨਾਂ ਦੀ ਕਲਚਰ, ਉਹਨਾਂ ਦਾ ਪਹਿਰਾਵਾ। ਔਰ ਇਹ ਸੋਚ ਮਾਰਨ ਵਾਲੇ ਦੀ ਕਿੱਥੋਂ ਬਣਦੀ ਹੈ ਉਹਦੀ ਅਸੀਂ ਅੱਜ ਗੱਲ ਕਰਨ ਲੱਗੇ ਹਾਂ। ਸਿਰਫ ਉਹਦੇ ਉੱਤੇ ਅਸੀਂ ਨਿਰਭਰ ਨਹੀਂ ਕਰਾਂਗੇ। ਐਸੀਆਂ ਬਹੁਤ ਸਾਰੀਆਂ ਸੋਚਾਂ ਨੇ ਸਾਡੀਆਂ ਜਿਹੜੀਆਂ ਪੱਕੀਆਂ ਹੋ ਰੱਖੀਆਂ ਹੁੰਦੀਆਂ ਨੇ। ਅਸੀਂ ਕਿਸੇ ਨੂੰ ਵੀ ਜਦੋਂ ਮਿਲਦੇ ਹਾਂ, ਸਭ ਤੋਂ ਪਹਿਲਾਂ ਅਸੀਂ ਉਹਦੀ ਉਮਰ, ਉਹਦਾ ਜੈਂਡਰ, ਉਹਦੀ ਰੇਸ, ਉਹਦਾ ਪਹਿਰਾਵਾ, ਉਹਦਾ ਰੰਗ, ਇਹਨਾਂ ਚੀਜ਼ਾਂ ਵੱਲ ਧਿਆਨ ਦਿੰਦੇ ਹਾਂ, ਨਾ ਕਿ ਇਨਸਾਨ ਵੱਲ। ਔਰ ਉਹਨੂੰ ਵੇਖ ਕੇ ਦੂਸਰੇ ਦੇ ਮੂੰਹ ਖੋਲ੍ਹਣ ਤੋਂ ਪਹਿਲਾਂ ਹੀ, ਉਹਦੇ ਨਾਲ ਇੰਟਰੈਕਟ ਕਰਨ ਤੋਂ ਪਹਿਲਾਂ ਹੀ ਅਸੀਂ ਆਪਣੇ ਮਨ ਦੇ ਵਿੱਚ ਬਹੁਤ ਸਾਰੀਆਂ ਧਾਰਨਾਵਾਂ ਬਣਾ ਲੈਂਦੇ ਹਾਂ। ਐਸੀਆਂ ਹੀ ਬਿਨਾਂ ਸਬੂਤ ਦੇ ਬੜੀਆਂ ਧਾਰਨਾਵਾਂ ਜਿਹੜੀਆਂ ਨੇ ਜੋ ਸਾਡੀ ਸੋਚ ਬਣਾਉਂਦੀ ਹੈ, ਉਹਨੂੰ ਸਟੀਰੀਓਟਾਈਪ ਕਿਹਾ ਜਾਂਦਾ ਹੈ। ਸੋ ਅੱਜ ਦਾ ਸਾਡਾ ਜਿਹੜਾ ਟੌਪਿਕ ਹੈ ਉਹ ਇਹ ਹੈ ਕਿ ਅਸੀਂ ਕਿੱਥੇ ਸਟੀਰੀਓਟਾਈਪ ਆ, ਕਿਉਂ ਸਾਡੇ ਲੜਕੀਆਂ ਲਈ ਰੂਲ ਵੱਖਰੇ ਹੁੰਦੇ ਨੇ, ਐਕਸਪੈਕਟੇਸ਼ਨ ਵੱਖਰੀਆਂ ਹੁੰਦੀਆਂ ਨੇ। ਉਹਨਾਂ ਤੋਂ ਸ਼ਾਇਦ ਛੋਟੀ ਉਮਰ ਦੀ ਨੂੰਹ ਤੋਂ ਸਾਡੀਆਂ ਐਕਸਪੈਕਟੇਸ਼ਨ ਵੱਖਰੀਆਂ ਹੁੰਦੀਆਂ ਨੇ। ਇਹ ਸਟੀਰੀਓਟਾਈਪ ਹੈ। ਏਜ ਵੇਖ ਕੇ ਅਸੀਂ ਨਾਲ ਹੀ ਗੈਸ ਕਰਨ ਲੱਗ ਪੈਂਦੇ ਹਾਂ, ਨਾਲ ਹੀ ਸੋਚਣ ਲੱਗ ਪੈਂਦੇ ਹਾਂ। ਅਸੀਂ ਕਿਸੇ ਬਜ਼ੁਰਗ ਨੂੰ ਦੇਖਦੇ ਹਾਂ ਤਾਂ ਅਸੀਂ ਸੋਚਦੇ ਹਾਂ ਕਿ ਸ਼ਾਇਦ ਇਹ ਅਨਹੈਲਦੀ ਹੋਏਗਾ, ਇਹ ਕੰਮ ਨਹੀਂ ਕਰ ਸਕਦਾ, ਇਹਦੀ ਇਹ ਕੈਪੇਬਿਲਿਟੀ ਨਹੀਂ ਹੈ। ਔਰ ਨਾਲ ਹੀ ਕਈ ਵਾਰ ਅਸੀਂ ਇਹ ਵੀ ਸੋਚਦੇ ਹਾਂ ਕਿ ਸ਼ਾਇਦ ਚਿੱਟੇ ਧੌਲੇ ਨੇ ਅਤੇ ਇਹ ਕੋਈ ਐਸੀ ਘਟੀਆ ਹਰਕਤ ਨਹੀਂ ਕਰ ਸਕਦਾ। ਇਹ ਵੀ ਇੱਕ ਸਾਡੀ ਧਾਰਨਾ ਹੈ, ਮਗਰ ਹਕੀਕਤ ਵਿੱਚ ਐਵੇਂ ਨਹੀਂ ਹੁੰਦਾ। ਚਾਹੇ ਕੋਈ ਧਰਮ ਹੈ, ਚਾਹੇ ਕੋਈ ਪਹਿਰਾਵਾ ਹੈ, ਚਾਹੇ ਕੋਈ ਜੈਂਡਰ ਹੈ, ਚਾਹੇ ਕਿਸੇ ਦੀ ਏਜ ਹੈ, ਚਾਹੇ ਕਿਸੇ ਦਾ ਕਲਰ ਹੈ, ਇਸ ਬੇਸ ਦੇ ਉੱਤੇ ਅਸੀਂ ਇੰਨੀਆਂ ਧਾਰਨਾਵਾਂ ਆਪਣੇ ਦਿਮਾਗ ਦੇ ਵਿੱਚ ਬਣਾ ਚੁੱਕੇ ਹਾਂ ਕਿ ਅਸੀਂ ਇੱਕ ਨੋਰਮਲ ਸੋਚ ਜਿਹੜੀ ਆ ਉਹਨੂੰ ਛੱਡ ਕੇ, ਲੌਜੀਕਲ ਸੋਚ ਨੂੰ ਛੱਡ ਕੇ ਅਸੀਂ ਬਾਇਸ ਸੋਚ ਜਿਹੜੀ ਆ ਉਹਨੂੰ ਲੈ ਕੇ ਅਸੀਂ ਜ਼ਿੰਦਗੀ ਜੀਂਦੇ ਹਾਂ। ਔਰ ਲੋਕਾਂ ਨੂੰ ਉਸੇ ਤਰ੍ਹਾਂ ਹੀ ਗੈਸ ਕਰਦੇ ਹਾਂ, ਜੱਜ ਕਰਦੇ ਹਾਂ ਔਰ ਜੱਜਮੈਂਟਸ ਪਾਸ ਕਰਦੇ ਹਾਂ। ਜੇ ਅਸੀਂ ਲੰਡਨ ontario ਦੀ ਗੱਲ ਕੀਤੀ ਜਾਏ, ਉਹ 4 ਲੋਕ ਜਿਹੜੇ ਸ਼ਹੀਦ ਹੋਏ ਨੇ, ਅਸੀਂ ਉਹਨਾਂ ਨੂੰ ਸ਼ਹੀਦ ਕਹਾਂਗੇ। ਉਹਨਾਂ ਦਾ ਕਸੂਰ ਕੀ ਸੀਗਾ? ਸਿਰਫ ਇਸ ਕਰਕੇ ਕਿ ਉਹਨਾਂ ਨੇ ਸਲਵਾਰ ਕੁੜਤੇ ਪਾਏ ਆ, ਉਹ ਇੱਕ ਪਰਟੀਕੂਲਰ ਧਰਮ ਦੇ ਨੇ। ਔਰ ਕਿਉਂਕਿ ਸਾਡੀਆਂ ਪਿਕਚਰਾਂ, ਹਾਲੀਵੁੱਡ ਮੂਵੀਜ਼ ਸਾਰੀਆਂ ਜਿਹੜੀਆਂ ਨੇ ਅੱਜ ਦੇ ਦਿਨ ਦੇ ਵਿੱਚ ਅਗਰ ਕਿਸੇ ਨੂੰ ਵਿਲਨ ਦਿਖਾਉਂਦੀਆਂ ਨੇ
ਤੇ ਉਹਦੇ ਉੱਤੇ ਜ਼ਰੂਰ ਕਿਸੇ ਨੂੰ ਪੱਗ ਬਣਾ ਦਿੰਦੇ ਨੇ, ਕਿਸੇ ਦੀ ਦਾੜੀ ਲੰਮੀ ਹੋਏਗੀ, ਕਿਸੇ ਨੂੰ ਇਵੇਂ ਦੀ ਸ਼ਕਲ ਦੇਵੇਂਗੇ ਦਿੱਤੀ ਜਾਂਦੀ ਹੈ ਵਿਲਨਸ ਨੂੰ ਕਿ ਜਿਹਦੇ ਨਾਲ ਲੋਕ ਐਵੇਂ ਸੋਚਣ ਲੱਗ ਪੈਂਦੇ ਆ ਕਿ ਸ਼ਾਇਦ ਐਸੇ ਪਹਿਰਾਵੇ ਵਾਲੇ ਲੋਕ ਜਿਹੜੇ ਨੇ ਉਹ ਵਿਲਨ ਨੇ। ਇਸ ਬਾਰੇ ਬਹੁਤ ਗੱਲ ਹੋ ਚੁੱਕੀ ਹੈ ਮੀਡੀਆ ਤੇ ਟੀਵੀ ਦੇ ਉੱਤੇ, ਮਗਰ ਅੱਜ ਅਸੀਂ ਇਹਦੇ ਨਾਲੋਂ ਡਿਫਰੈਂਟ ਗੱਲ ਕਰਨ ਜਾ ਰਹੇ ਹਾਂ। ਔਰ ਮੈਂ ਸਟੂਡੀਓ ਦਾ ਨੰਬਰ ਜ਼ਰੂਰ ਦੇਣਾ ਚਾਹੁੰਦਾ ਕਿਉਂਕਿ ਸਾਨੂੰ ਬਹੁਤ ਪਰਸਨਲ ਮੈਨੂੰ ਮੈਸੇजेस ਵੀ ਆਉਂਦੇ ਆ ਕਿ ਅਸੀਂ ਕਾਲਸ ਘੱਟ ਲੈਂਦੇ ਹਾਂ। ਕੋਸ਼ਿਸ਼ ਇਹ ਹੁੰਦੀ ਹੈ ਕਿ ਕਾਲ ਜਿਹੜੀਆਂ ਨੇ ਅਸੀਂ ਅਟੈਂਡ ਜ਼ਰੂਰ ਕਰੀਏ ਰੈਂਡਮਲੀ, ਕਿਉਂਕਿ ਸਮਾਂ ਜਿਹੜਾ ਆ ਸਿਰਫ 1 ਘੰਟੇ ਦਾ ਪ੍ਰੋਗਰਾਮ ਹੁੰਦਾ, ਉਹਦੇ ਵਿੱਚ ਸਾਰੀਆਂ ਕਾਲਸ ਕਈ ਵਾਰ ਨਹੀਂ ਔਨ ਏਅਰ ਹੁੰਦੀਆਂ, ਮਗਰ ਸਾਡੀ ਕੋਸ਼ਿਸ਼ ਹੋਏਗੀ ਅੱਜ ਤੋਂ ਕਿ ਅਸੀਂ ਵੱਧ ਤੋਂ ਵੱਧ ਕਾਲ ਜਿਹੜੀਆਂ ਨੇ ਲਈਏ, ਤੁਹਾਡੇ ਵਿਚਾਰ ਲਈਏ। ਤੁਹਾਡੇ ਜੋ ਕਿਸੇ ਨੇ ਵੀ ਅਗਰ ਐਸਾ ਕੋਈ ਬਾਇਸ ਜਿਹੜਾ ਆ ਤੁਹਾਡੇ ਰੰਗ ਕਰਕੇ, ਤੁਹਾਡੇ ਪਹਿਰਾਵੇ ਕਰਕੇ, ਤੁਹਾਡੇ ਜੈਂਡਰ ਕਰਕੇ ਕੋਈ ਵੀ ਐਸਾ ਬਾਇਸ ਅਗਰ ਤੁਸੀਂ ਫੇਸ ਕੀਤਾ ਤੇ ਸਾਨੂੰ ਕਾਲ ਕਰੋ। ਸਟੂਡੀਓ ਦਾ ਨੰਬਰ ਹੈ 416 620 1778 416 620 1778 ਤੇ ਸਾਡੇ ਨਾਲ ਤੁਸੀਂ ਆਪਣਾ ਐਕਸਪੀਰੀਅੰਸ ਜਿਹੜਾ ਆ ਉਹ ਸ਼ੇਅਰ ਕਰ ਸਕਦੇ ਹੋ। ਸੋ ਸਟੀਰੀਓਟਾਈਪ ਦੀ ਅਸੀਂ ਗੱਲ ਕਰ ਰਹੇ ਹਾਂ। ਸਟੀਰੀਓਟਾਈਪ ਜਿਹੜੇ ਨੇ ਬਹੁਤ ਤਰ੍ਹਾਂ ਦੇ ਨੇ। ਹਾਲੀਵੁੱਡ ਮੂਵੀਜ਼ ਜਿਹੜੀਆਂ ਨੇ ਇਵੇਂ ਦੇ ਵਿਲਨ ਦਿਖਾ ਰਹੀਆਂ ਨੇ ਜਿਵੇਂ ਵੇਖਣ ਵਾਲਾ ਪਹਿਰਾਵੇ ਦੇ ਨਾਲ ਉਹਨਾਂ ਨੂੰ ਇੱਕ ਮੁਸਲਮਾਨ ਦੇ ਨਾਲ ਰਿਲੇਟ ਕਰ ਸਕੇ, ਅਤੇ ਵੇਖਣ ਵਾਲੇ ਨੂੰ ਇਵੇਂ ਲੱਗਦਾ ਹੈ ਕਿ ਸ਼ਾਇਦ ਹਰ ਵਿਲਨ, ਹਰ ਮੁਸਲਮਾਨ, ਹਰ ਉਹੋ ਜਿਹਾ ਪਹਿਰਾਵਾ ਜਿਹੜਾ ਆ ਉਹ ਇੱਕ ਵਿਲਨ ਹੈ, ਉਹਦੇ ਤੋਂ ਉਹਨੂੰ ਖਤਰਾ ਹੈ। ਸੋ ਐਸੀ ਧਾਰਨਾਵਾਂ ਜਿਹੜੀਆਂ ਨੇ ਇਹ ਸਟੀਰੀਓਟਾਈਪ ਬਣ ਜਾਂਦੀਆਂ ਨੇ, ਜਿਹਦੇ ਕਾਰਨ ਐਸੀਆਂ ਇਨਸੀਡੈਂਟਸ ਜਿਹੜੇ ਨੇ ਜਿਵੇਂ ontario ਲੰਡਨ ਵਿੱਚ ਹੋਏ ਨੇ ਐਸੇ ਹੁੰਦੇ ਨੇ। ਮਗਰ ਇਹ ਇੱਕ ਸਿਰਫ ਅਸੀਂ ਉਸ ਟੌਪਿਕ ਦੀ ਗੱਲ ਨਹੀਂ ਕਰ ਰਹੇ, ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਨੇ ਜਿੱਥੇ ਇੱਕ ਪਾਸੇ ਨਨ ਸਿਰ ਦੇ ਉੱਤੇ ਕੱਪੜਾ ਲੈਂਦੀ ਹੈ ਅਤੇ ਅਸੀਂ ਉਹਨੂੰ ਡਿਵੋਟਿਡ ਟੂ ਗੋਡ ਕਹਿ ਦਿੰਦੇ ਹਾਂ। ਦੂਸਰੇ ਪਾਸੇ ਅਗਰ ਇੱਕ ਮੁਸਲਿਮ ਔਰਤ ਜਿਹੜੀ ਆ ਉਹ ਹਿਜਾਬ ਪਾਉਂਦੀ ਹੈ ਅਤੇ ਅਸੀਂ ਉਹਨੂੰ ਓਪਰੈਸਡ ਕਹਿੰਦੇ ਹਾਂ। ਅਸੀਂ ਇਹ ਕਹਿੰਦੇ ਹਾਂ ਕਿ ਵਿਚਾਰੀ ਦੱਬੀ ਹੋਈ ਹੈ, ਉਹਨੂੰ ਸਿਰ ਢੱਕਣਾ ਪੈਂਦਾ, ਉਹਨੂੰ ਮੂੰਹ ਢੱਕਣਾ ਪੈਂਦਾ। ਦੋਨੋਂ ਚੀਜ਼ਾਂ ਸੇਮ ਨੇ। ਜੇ ਇੱਕ ਜੀਊ ਦਾੜੀ ਰੱਖਦਾ ਹੈ ਤਾਂ ਅਸੀਂ ਉਹਨੂੰ ਕੁਛ ਨਹੀਂ ਕਹਿੰਦੇ, ਅਤੇ ਜੇ ਇੱਕ ਮੁਸਲਮਾਨ ਉਹੋ ਜਿਹੀ ਸ਼ੇਪ ਦਾੜੀ ਰੱਖ ਕੇ ਬਾਹਰ ਜਾਏ ਅਤੇ ਉਹਨੂੰ ਵੇਖਣ ਵਾਲਾ ਸ਼ਾਇਦ ਵੇਖ ਕੇ ਐਵੇਂ ਲੱਗਣ ਲੱਗ ਪੈਂਦਾ ਕਿ ਸ਼ਾਇਦ ਇਹੀ ਟੈਰਰਿਸਟ ਹੋਏਗਾ। ਇਹ ਵੀ ਸਟੀਰੀਓਟਾਈਪ ਹੈ। ਸਟੀਰੀਓਟਾਈਪ ਜਿਹੜਾ ਆ ਉਹ ਇਵੇਂ ਵੀ ਹੈ ਕਿ ਜਦੋਂ ਤੁਸੀਂ ਕਿਤੇ ਵੀ ਜਾਂਦੇ ਹੋ ਅਤੇ ਸਭ ਤੋਂ ਪਹਿਲਾਂ ਧਾਰਨਾ ਇਹ ਬਣਦੀ ਹੈ ਕਿ ਜੇ ਕੋਈ ਸਾਊਥ ਏਸ਼ੀਅਨ ਹੈ ਅਤੇ ਉਹ ਸ਼ਾਇਦ ਧੋਖਾ ਦੇਵੇਗਾ। ਓਨੈਸਟ ਹੈ ਅਤੇ ਵਾਈਟ ਬੰਦਾ ਓਨੈਸਟ ਹੈ। ਇੱਕ ਤਰ੍ਹਾਂ ਦੀ ਧਾਰਨਾ ਬਣੀ ਹੋਈ ਹੈ। ਇਸੇ ਧਾਰਨਾ ਦੇ ਨਾਲ ਅਸੀਂ ਜੀ ਜਾ ਰਹੇ ਹਾਂ। ਸਾਡੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਵੀ ਐਸੀਆਂ ਬੜੀਆਂ ਧਾਰਨਾਵਾਂ ਨੇ। ਅਸੀਂ ਐਡਵਰਟਾਈਜ਼ਮੈਂਟਸ ਦਿੰਦੇ ਹਾਂ ਕਿ ਸਾਨੂੰ ਗੋਰੀ ਲੜਕੀ ਜਿਹੜੀ ਆ ਉਹ ਸ਼ਾਦੀ ਲਈ ਚਾਹੀਦੀ ਹੈ। ਫੇਅਰ ਐਂਡ ਲਵਲੀ ਹੋਰ ਹਜ਼ਾਰ ਐਸੇ ਦੁਕਾਨਾਂ ਚੱਲ ਰਹੀਆਂ ਨੇ ਸਿਰਫ ਸਾਨੂੰ ਗੋਰੇ ਬਣਾਉਣ ਦੇ ਚੱਕਰ 'ਚ। ਇਹ ਵੀ ਇੱਕ ਸਟੀਰੀਓਟਾਈਪ ਹੈ, ਕਿਉਂਕਿ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜੇ ਵਾਈਟ ਹੋਣਾ, ਚਿੱਟਾ ਰੰਗ ਹੋਣਾ ਇੱਕ ਬਹੁਤ ਵੱਡਾ ਕ੍ਰੈਡਿਟ ਹੈ, ਔਰ ਉਹਦੇ ਪਿੱਛੇ ਅਸੀਂ ਕਿੰਨਾ ਆਪਣਾ ਪੂਰਾ ਸਮਾਜ, ਆਪਣਾ ਸੋਚ ਵਿਚਾਰ, ਆਪਣਾ ਤਰੀਕਾ ਹੀ ਸਾਰਾ ਸੋਚਣ ਦਾ ਜਿਹੜਾ ਆ ਉਹਦੇ ਪਿੱਛੇ ਲਾ ਦਿੰਦੇ ਹਾਂ, ਔਰ ਉਹਦੇ ਪਿੱਛੇ ਇੱਕ ਦੌੜ ਲੱਗ ਜਾਂਦੀ ਹੈ। ਐਸੀਆਂ ਧਾਰਨਾਵਾਂ ਕਾਰਨ ਸਮਾਜ ਦੇ ਵਿੱਚ ਬਹੁਤ ਇੰਬੈਲੈਂਸ ਕ੍ਰੀਏਟ ਹੁੰਦਾ। ਸਮਾਜ ਦੇ ਵਿੱਚ ਇੱਕ ਇਨਸਾਨ ਕਿਵੇਂ ਆ ਉਹਨੂੰ ਨਾ ਸਮਝਣ ਦੀ ਛੱਡ ਕੇ ਉਹਨੂੰ ਉਹਦੇ ਰੰਗ ਦੇ ਨਾਲ, ਉਹਦੇ ਧਰਮ ਦੇ ਨਾਲ, ਉਹਦੀ ਕਲਚਰ, ਉਹ ਕੀ ਖਾਂਦਾ, ਕਿਵੇਂ ਬੋਲਦਾ, ਕਿੱਥੋਂ ਬਿਲੋਂਗ ਕਰਦਾ, ਇਹਨਾਂ ਚੀਜ਼ਾਂ ਦੇ ਨਾਲ, ਉਹਦੀ ਉਮਰ ਕੀ ਹੈ, ਇਹਨਾਂ ਚੀਜ਼ਾਂ ਦੇ ਨਾਲ ਅਸੀਂ ਪਹਿਲਾਂ ਹੀ ਉਹਨੂੰ ਜੱਜ ਕਰਨ ਲੱਗ ਪੈਂਦੇ ਹਾਂ, ਉਹਦੇ ਉੱਤੇ ਜੱਜਮੈਂਟ ਪਾਸ ਕਰ ਦਿੰਦੇ ਹਾਂ। ਅਸੀਂ ਹਮੇਸ਼ਾ ਹੀ ਇਹ ਸੋਚਦੇ ਹਾਂ ਕਿ ਜੇ ਕੋਈ ਗਰੀਬ ਹੈ ਉਹ ਅਨਹਾਈਜੀਨਿਕ ਹੈ, ਉਹ ਗੰਦਾ ਹੋਏਗਾ। ਜੇ ਕਿਸੇ ਦਾ ਰੰਗ ਸਾਂਵਲਾ ਹੈ ਤਾਂ ਅਸੀਂ ਉਹਦੇ ਨਾਲ ਹਾਈਜੀਨ ਵੀ ਨਾਲ ਜੋੜ ਦਿੰਦੇ ਹਾਂ। ਐਸੀ ਸਮਾਜ ਦੀ ਵੀ ਧਾਰਨਾ ਹੈ। ਅਸੀਂ ਇਹ ਵੀ ਧਾਰਨਾ ਰੱਖ ਲੈਂਦੇ ਹਾਂ ਕਿ ਜੇ ਕੋਈ ਗਰੀਬ ਹੈ ਉਹ ਚੋਰੀ ਉਹੀ ਕਰ ਸਕਦਾ। ਅਸੀਂ ਇਹ ਸੋਚਦੇ ਹਾਂ ਕਿ ਜੇ ਕੋਈ ਅਮੀਰ ਹੈ ਤਾਂ ਉਹ ਚੋਰੀ ਨਹੀਂ ਕਰ ਸਕਦਾ। ਅਸੀਂ ਇਹ ਸੋਚਦੇ ਹਾਂ ਕਿ ਜੇ ਕਿਸੇ ਕੋਲ ਵੱਡੀ ਕਾਰ ਹੈ ਉਹ ਐਲੀਟ ਹੈ। ਇਹ ਸਾਡੀ ਸੋਚ ਜਿਹੜੀ ਹੈ, ਇਹੋ ਹੀ ਸਟੀਰੀਓਟਾਈਪ ਜਿਹੜੀ ਹੈ ਉਹ ਬਣ ਜਾਂਦੀ ਹੈ। ਬਹੁਤ ਸਾਰੇ ਹੋਰ ਵੀ ਐਸੇ ਸਟੀਰੀਓਟਾਈਪ ਨੇ ਜਿਹਦੇ ਉੱਤੇ ਅਸੀਂ ਫੋਕਸ ਕਰਾਂਗੇ, ਔਰ ਖ਼ਾਸ ਤੌਰ 'ਤੇ ਅਸੀਂ ਇਹ ਫੋਕਸ ਕਰਾਂਗੇ ਕਿ ਇਹ ਸਟੀਰੀਓਟਾਈਪ ਜਿਹੜੇ ਆ ਇਹ ਬਹੁਤ ਸਮਾਜ ਨੂੰ ਇਸ ਵੇਲੇ ਨਾਰਮਲ ਰੈਸ਼ਨਲ ਥਿੰਕਿੰਗ ਨੂੰ ਬੰਦ ਕਰ ਰਹੇ ਨੇ। ਕਿਉਂ ਕਿਹਾ ਜਾਂਦਾ ਹੈ, ਕਿਉਂ ਮੰਨਿਆ ਜਾਂਦਾ ਹੈ ਕਿ ਇੱਕ ਆਦਮੀ ਜਿਹੜਾ ਆ ਉਹ ਰੋ ਨਹੀਂ ਸਕਦਾ। ਇੱਕ ਐਕਸਪੈਕਟੇਸ਼ਨ ਬਣ ਜਾਂਦੀ ਹੈ ਕਿ ਆਦਮੀ
ਰੋ ਨਹੀਂ ਸਕਦਾ। ਇਹ ਐਕਸਪੈਕਟੇਸ਼ਨ ਬਣ ਜਾਂਦੀ ਹੈ ਕਿ ਆਦਮੀ ਹਮੇਸ਼ਾ ਸਟਰੋਂਗ ਹੁੰਦੇ ਆ, ਔਰ ਇਹ ਧਾਰਨਾ ਇਵੇਂ ਦੀ ਬਣ ਜਾਂਦੀ ਹੈ ਬਚਪਨ ਤੋਂ ਕਿ ਆਦਮੀ ਵੀ ਇਵੇਂ ਹੀ ਸੋਚਣ ਲੱਗ ਪੈਂਦੇ ਨੇ। ਇਹਦੇ ਕਾਰਨ ਹੋਰ ਕਿੰਨੇ ਸਾਈਕੋਲੋਜੀਕਲ ਇਸ਼ੂਜ਼ ਆਉਂਦੇ ਨੇ, ਅਸੀਂ ਕਦੀ ਉਹਦੇ ਬਾਰੇ ਗੌਰ ਨਹੀਂ ਕਰਦੇ। ਅਸੀਂ ਇਹ ਮੰਨਣ ਲੱਗ ਪੈਂਦੇ ਹਾਂ ਕਿ ਮਾਂ ਹੀ ਸਿਰਫ ਬੱਚੇ ਨੂੰ ਪਿਆਰ ਕਰ ਸਕਦੀ ਹੈ, ਮਗਰ ਹਕੀਕਤ ਜਿਹੜੀ ਹੈ ਉਹਦੇ ਵਿੱਚ ਬੇਸ਼ੁਮਾਰ ਐਸੇ ਪਿਓ ਨੇ ਜਿਹੜੇ ਕਿ ਰੋਲ ਮਾਡਲ ਨੇ, ਐਸੇ ਬਹੁਤ ਸਾਰੇ ਆਦਮੀ ਨੇ ਜਿਹੜੇ ਬਹੁਤ ਵਧੀਆ ਇੱਕ ਪਿਤਾ ਦਾ ਰੋਲ ਅਦਾ ਕਰ ਰਹੇ ਨੇ, ਔਰ ਮਾਵਾਂ ਨਾਲੋਂ ਵੀ ਜ਼ਿਆਦਾ ਸ਼ਾਇਦ ਉਹ ਪਿਆਰ ਕਰਦੇ ਹੋਣ। ਮਗਰ ਇਹ ਇੱਕ ਧਾਰਨਾ ਹੈ, ਚਾਹੇ ਉਹ ਲਾਅ ਇਨਫੋਰਸਮੈਂਟ ਹੋਏ, ਚਾਹੇ ਉਹ ਸੋਸ਼ਲ ਸਰਵਿਸਿਜ਼ ਹੋਣ, ਕੋਈ ਵੀ ਹੋਏ, ਉਹ ਇਹ ਮੰਨ ਕੇ ਚੱਲਦੀਆਂ ਨੇ ਕਿ ਨਰਚਰਿੰਗ ਜਿਹੜੀ ਹੈ ਜਾਂ ਪਿਆਰ ਹੈ ਜਾਂ ਘਰ ਹੈ ਉਹ ਸਿਰਫ ਇੱਕ ਔਰਤ ਬਣਾਉਂਦੀ ਹੈ। ਮਗਰ ਐਸੇ ਬਹੁਤ ਸਾਰੇ ਘਰ ਵੀ ਨੇ ਜਿੱਥੇ ਔਰਤਾਂ ਜਿਹੜੀਆਂ ਨੇ ਉਹ ਇਹ ਰੋਲ ਨਹੀਂ ਕਰ ਰਹੀਆਂ। ਇਹ ਵੀ ਇੱਕ ਸਟੀਰੀਓਟਾਈਪ ਹੈ। ਸਾਡੇ ਬਹੁਤ ਸਾਰੇ ਸੁਣਨ ਵਾਲੇ ਬਹੁਤ ਸਾਰੇ ਲੋਕ ਇਹ ਜਾਣਦੇ ਹੋਣਗੇ ਕਿ ਉਹਨਾਂ ਦੇ ਆਪਣੀ ਪਰਸਨਲ ਲਾਈਫ ਵਿੱਚ ਉਹਨਾਂ ਦੇ ਫਾਦਰਸ ਜਿਹੜੇ ਨੇ ਉਹਨਾਂ ਨੇ ਬੜਾ ਮੇਜਰ ਰੋਲ ਅਦਾ ਕੀਤਾ। ਉਹਨਾਂ ਨੇ ਉਹਨਾਂ ਦੀ ਮਦਰ ਨਾਲੋਂ ਵੀ ਵੱਡੇ ਆ ਜਿਹੜੇ ਆ ਇੱਕ ਰੋਲ ਮਾਡਲ ਦੇ ਤੌਰ 'ਤੇ ਉਹ ਉੱਭਰ ਕੇ ਆਏ ਆ। ਮਗਰ ਉਹ ਸਾਰੇ ਉਸ ਸਟੀਰੀਓਟਾਈਪ, ਉਸ ਪੱਕੀ ਧਾਰਨਾ ਦਾ ਸ਼ਿਕਾਰ ਰਹਿੰਦੇ ਨੇ। ਇਵੇਂ ਹੀ ਅਸੀਂ ਹਮੇਸ਼ਾ ਹੀ ਆਪਣੀ ਲੜਕੀ ਵਾਸਤੇ ਡਿਫਰੈਂਟ ਰੂਲ ਰੱਖਦੇ ਹਾਂ, ਉਹ ਤੋਂ ਇੱਕ ਡਿਫਰੈਂਟ ਐਕਸਪੈਕਟੇਸ਼ਨ ਰੱਖਦੇ ਹਾਂ। ਮਗਰ ਜਦੋਂ ਸਾਡੇ ਘਰ ਕੋਈ ਨੂੰਹ ਆ ਜਾਂਦੀ ਹੈ, ਸਾਡੀ ਐਕਸਪੈਕਟੇਸ਼ਨ ਜਿਹੜੀ ਹੈ ਉਹ ਨਾਂ ਦੇ ਨਾਲ ਹੀ, ਇੱਕ ਰਿਸ਼ਤੇ ਦੇ ਨਾਲ ਹੀ ਬਦਲ ਜਾਂਦੀ ਹੈ। ਸੇਮ ਏਜ ਦੀ ਲੜਕੀ ਜਿਹੜੀ ਹੈ ਉਹ ਸ਼ਾਇਦ ਹੱਸ ਸਕੇ, ਨੱਚ ਸਕੇ, ਮਜ਼ਾਕ ਕਰ ਸਕੇ, ਮਗਰ ਸੇਮ ਉਮਰ ਦੀ, ਸ਼ਾਇਦ ਉਹਦੇ ਨਾਲ ਵੀ ਛੋਟੀ ਉਮਰ ਦੀ ਜਿਹੜੀ ਨੂੰਹ ਹੈ, ਉਹਦੇ ਤੋਂ ਸਾਡੀ ਇੱਕ ਐਕਸਪੈਕਟੇਸ਼ਨ ਇਹੋ ਜਿਹੀ ਬਣ ਜਾਂਦੀ ਹੈ, ਇੱਕ ਧਾਰਨਾ ਐਸੀ ਬਣੀ ਹੋਈ ਹੈ, ਇੱਕ ਸਟੀਰੀਓਟਾਈਪ ਸੋਚ ਐਸੀ ਬਣੀ ਹੋਈ ਹੈ ਕਿ ਉਹ ਪੂਰਾ ਘਰ ਚਲਾ ਸਕਦੀ ਹੈ। ਉਹ ਹੱਸ ਨਹੀਂ ਸਕਦੀ, ਉਹ ਮਜ਼ਾਕ ਨਹੀਂ ਕਰ ਸਕਦੀ। ਜਿੱਥੇ ਅਸੀਂ ਆਪਣੀ ਬੇਟੀ ਨੂੰ ਬਹੁਤ ਇਨਕਰੇਜ ਕਰਦੇ ਹਾਂ, ਉੱਥੇ ਅਸੀਂ ਸ਼ਾਇਦ ਉਹ ਸਟੀਰੀਓਟਾਈਪ ਸੋਚ ਕਰਕੇ ਕਿ ਸਾਡੀ ਨੂੰਹ ਜਿਹੜੀ ਆ ਉਹਨੇ ਘਰ ਚਲਾਉਣਾ ਹੈ, ਉਹਨੂੰ ਅਸੀਂ ਇਨਕਰੇਜ ਹੀ ਨਹੀਂ ਕਰਦੇ ਕਿ ਉਹ ਕੋਈ ਪ੍ਰੋਫੈਸ਼ਨਲ ਕੰਮ ਕਰੇ, ਉਹਦੀ ਕੋਈ ਸਕਿੱਲ ਹੋਏ, ਉਹ ਘਰੋਂ ਬਾਹਰ ਜਾ ਕੇ ਆਪਣਾ ਕੈਰੀਅਰ ਬਣਾ ਸਕੇ। ਇਹ ਵੀ ਇੱਕ ਸਟੀਰੀਓਟਾਈਪ ਸੋਚ ਹੈ। ਇਹ ਬਹੁਤ ਵੱਡੀ ਸਟੀਰੀਓਟਾਈਪ ਸੋਚ ਹੈ ਕਿ ਅਸੀਂ ਇਹ ਮੰਨਦੇ ਹਾਂ ਕਿ ਅਗਰ ਲੜਕੇ ਦੀ ਸ਼ਾਦੀ ਹੋ ਗਈ ਹੈ, ਲੜਕੀ ਉਹਦੇ ਘਰ ਆ ਗਈ ਹੈ, ਤਾਂ ਲੜਕੀ ਜਿਹੜੀ ਹੈ, ਉਹਦੀ ਨੂੰਹ ਜਿਹੜੀ ਹੈ, ਉਸ ਘਰ ਦੀ ਉਹਦੀ ਜ਼ਿੰਮੇਵਾਰੀ ਸਿਰਫ ਲੜਕੇ ਦੇ ਮਾਂ-ਬਾਪ ਦੀ ਸੇਵਾ ਕਰਨੀ ਹੈ। ਮਗਰ ਬਹੁਤ ਸਾਰੇ ਐਸੇ ਲੜਕੇ ਨੇ ਜਿਹੜੇ ਆਪਣੇ ਇਨ-ਲॉज ਦੀ ਸੇਵਾ ਵੀ ਕਰਦੇ ਨੇ। ਮਗਰ ਸਟੀਰੀਓਟਾਈਪ ਸੋਚ ਕਾਰਨ ਅਸੀਂ ਇਹ ਸੋਚਣ ਲੱਗ ਪੈਂਦੇ ਹਾਂ ਕਿ ਜਿਹੜੀ ਲੜਕੀ ਹੈ ਉਹ ਲੜਕੇ ਦੇ ਮਾਂ-ਬਾਪ ਦੀ ਸੇਵਾ ਜ਼ਰੂਰ ਕਰ ਸਕਦੀ ਹੈ, ਮਗਰ ਲੜਕੀ ਬੇਸ਼ੱਕ ਇਕੱਲੀ ਹੋਏ, ਉਹਦਾ ਕੋਈ ਹੋਰ ਭੈਣ ਭਰਾ ਨਾ ਹੋਏ, ਅਤੇ ਜਿੱਥੇ ਲੜਕਾ ਅਗਰ ਆਪਣੇ ਇਨ-ਲॉज ਦੀ ਸੇਵਾ ਕਰੇਗਾ ਤਾਂ ਉਹਨੂੰ ਬਹੁਤ ਸਾਰੀਆਂ ਐਸੇ ਸ਼ਬਦ ਵੀ ਕੀ ਸੁਣਨੇ ਪੈਂਦੇ ਆ ਕਿ ਜਿੱਥੇ ਲੋਕ ਇਹ ਕਹਿਣ ਲੱਗ ਪੈਂਦੇ ਆ ਕਿ ਸ਼ਾਇਦ ਇਹ ਆਪਣੀ ਵਾਈਫ ਦੇ ਥੱਲੇ ਲੱਗ ਗਿਆ। ਮਾਂ-ਬਾਪ ਉਹ ਵੀ ਹੈ, ਮਾਂ-ਬਾਪ ਇਹ ਵੀ ਹੈ, ਮਗਰ ਇਹ ਸਾਡਾ ਸੋਚਣ ਦਾ ਤਰੀਕਾ, ਸਟੀਰੀਓਟਾਈਪ ਥਿੰਕਿੰਗ ਜਿਹੜੀ ਹੈ ਸਾਨੂੰ ਬਹੁਤ ਚੀਜ਼ਾਂ ਵਿੱਚ ਰੋਜ਼ ਦੀ ਮਾਰਾ ਜ਼ਿੰਦਗੀ ਦੇ ਵਿੱਚ, ਰੋਜ਼ ਜ਼ਿੰਦਗੀ ਜਿਹੜੀ ਹੈ ਸਾਡੀ ਜਿਹੜੀ ਚੱਲਦੀ ਹੈ ਉਹਦੇ ਵਿੱਚ ਵੀ ਅਸੀਂ ਇਹਨਾਂ ਚੀਜ਼ਾਂ ਦੇ ਸ਼ਿਕਾਰ ਰਹਿੰਦੇ ਹਾਂ। ਸੋ ਅੱਜ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਉਹ ਇਹ ਗੱਲ ਕਰ ਰਹੇ ਹਾਂ ਕਿ ਸਿਰਫ ਇੱਕ ਏਜ ਕਾਰਨ, ਇੱਕ ਜੈਂਡਰ ਕਾਰਨ, ਇੱਕ ਰੋਲ ਦੇ ਕਾਰਨ, ਇੱਕ ਧਰਮ ਦੇ ਕਾਰਨ ਕਿਵੇਂ ਅਸੀਂ ਬੁਰੀ ਤਰ੍ਹਾਂ ਹਰ ਇਨਸਾਨ ਨੂੰ ਜੱਜ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਉਹਦੀ ਕੁਆਲਿਟੀਜ਼ ਵੇਖੀਏ, ਉਹਦੇ ਨਾਲ ਅਸੀਂ ਇੰਟਰੈਕਟ ਕਰੀਏ, ਉਹਨੂੰ ਪਛਾਣੀਏ, ਅਸੀਂ ਪਛਾਣਨ ਤੋਂ ਪਹਿਲਾਂ ਹੀ ਐਸੀ ਧਾਰਨਾ ਬਣਾ ਕੇ ਚੱਲਦੇ ਹਾਂ ਕਿ ਇੱਕ ਔਰਤ ਜਿਹੜੀ ਆ ਕਮਜ਼ੋਰ ਹੈ। ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਲੜਕੀ ਹੀ ਬਾਹਰ ਜਾਏਗੀ ਅਤੇ ਲੜਕੀ ਅਨਸੇਫ ਹੈ। ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਕੁਛ ਕੰਮ ਜਿਹੜੇ ਆ ਉਹ ਸਿਰਫ ਲੜਕੀਆਂ ਨਹੀਂ ਕਰ ਸਕਦੀਆਂ, ਕੁਛ ਕੰਮ ਜਿਹੜੇ ਆ ਉਹ ਸਿਰਫ ਲੜਕੇ ਹੀ ਕਰ ਸਕਦੇ ਨੇ, ਜਦ ਕਿ ਐਸਾ ਕੋਈ ਪ੍ਰੋਫੈਸ਼ਨ ਨਹੀਂ ਜਿਹਦੇ ਵਿੱਚ ਲੜਕੀਆਂ ਅੱਜ ਨਹੀਂ ਨੇ। ਕੋਈ ਐਸਾ ਪ੍ਰੋਫੈਸ਼ਨ ਨਹੀਂ ਹੈ ਜਿਹਦੇ ਵਿੱਚ ਅੱਜ ਲੜਕੇ ਨਹੀਂ ਨੇ, ਚਾਹੇ ਉਹ ਨਰਸਿੰਗ ਹੋਏ, ਚਾਹੇ ਉਹ ਹੇਅਰ ਡਰੈਸਰਸ ਹੋਣ, ਚਾਹੇ ਉਹ ਔਰਤਾਂ ਦੇ ਟੇਲਰ ਹੋਣ। ਹਰ ਕੰਮ ਜਿਹੜਾ ਉਹ ਆਦਮੀ ਕਰ ਸਕਦਾ। ਸਿਮਿਲਰਲੀ ਹਰ ਕੰਮ ਜਿਹੜੀ ਆ ਔਰਤ ਕਰ ਰਹੀ ਹੈ। ਪਾਇਲਟ ਵੀ ਲੜਕੀਆਂ ਨੇ, ਆਰਮੀ ਦੇ ਵਿੱਚ ਵੀ ਲੜਕੀਆਂ ਨੇ, ਜੱਜ ਵੀ ਲੜਕੀਆਂ ਨੇ, ਸਾਇੰਟਿਸਟ ਵੀ ਲੜਕੀਆਂ ਨੇ, ਐਸਟਰੋਨੌਟ ਵੀ, ਚੰਦਰਮੇ 'ਤੇ ਵੀ ਲੜਕੀਆਂ ਜਾ ਰਹੀਆਂ ਨੇ। ਮਗਰ ਮਾਂ-ਬਾਪ ਵੀ ਸਟੀਰੀਓਟਾਈਪ ਨੇ। ਮਾਂ-ਬਾਪ ਵੀ ਅਗਰ
ਕਿਸੇ ਲੜਕੀ ਨੂੰ ਕਿਸੇ ਲੜਕੇ ਨੇ ਛੇੜਿਆ, ਅਗਰ ਲੜਕੀ ਆ ਕੇ ਘਰ 'ਚ ਆਪਣੇ ਮਾਂ-ਬਾਪ ਨੂੰ ਹੀ ਦੱਸਦੀ ਹੈ ਕਿ ਮੈਨੂੰ ਕਿਸੇ ਛੇੜਿਆ, ਸਭ ਤੋਂ ਪਹਿਲੀ ਗਲਤੀ ਜਿਹੜੀ ਹੈ ਉਹ ਲੜਕੀ ਦੀ ਕੱਢੀ ਜਾਂਦੀ ਹੈ ਕਿ ਤੂੰ ਕੁਛ ਕੀਤਾ ਹੋਏਗਾ, ਤੂੰ ਬਾਹਰ ਕਿਉਂ ਗਈ, ਤੂੰ ਇਸ ਵੇਲੇ ਬਾਹਰ ਕਿਉਂ ਸੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਟੀਰੀਓਟਾਈਪ ਨੇ। ਕਿਵੇਂ ਅਸੀਂ ਰੋਜ਼ ਐਸੀਆਂ ਸੋਚਾਂ ਕਰਕੇ ਆਪਣੇ ਬੱਚਿਆਂ ਨੂੰ ਪਰੇਸ਼ਾਨ ਕਰਦੇ ਹਾਂ, ਕਿੰਨਾ ਅਸੀਂ ਉਹਨਾਂ ਨੂੰ ਬਾਇਸ ਦੇ ਇੱਕ ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਅਸੀਂ ਰੇਜ਼ ਕਰਦੇ ਹਾਂ, ਔਰ ਜੋ ਸਾਡੀ ਸੋਚ ਜਿਹੜੀ ਹੈ ਉਹ ਓਬਜ਼ਰਵ ਕਰਦੇ ਨੇ, ਉਵੇਂ ਦਾ ਹੀ ਸਮਾਜ ਅੱਗੇ ਜਿਹੜਾ ਆ ਉਹ ਬਣੀ ਜਾ ਰਿਹਾ। ਬਹੁਤ ਵਾਰ ਚਾਹੇ ਉਹ ਪੋਲੀਟੀਸ਼ੀਅਨਸ ਹੋਣ ਇੰਡੀਆ ਦੇ ਵਿੱਚ, ਇੱਕ ਬਹੁਤ ਚਾਹੇ ਉਹ ਪਾਕਿਸਤਾਨ 'ਚ ਵਿੱਚ ਹੋਣ, ਕਿਤੇ ਵੀ ਹੋਣ, ਕਈ ਵਾਰ ਇੱਥੋਂ ਤੱਕ ਕਿ ਰੇਪ ਵਿਕਟਮ ਨੂੰ ਵੀ ਇਹ ਕਿਹਾ ਜਾਂਦਾ ਹੈ ਕਿ ਉਹਦੇ ਕੱਪੜਿਆਂ ਕਾਰਨ ਉਹਦਾ ਰੇਪ ਹੋਇਆ। ਇਹ ਵੀ ਇੱਕ ਉਸੇ ਹੀ ਸਟੀਰੀਓਟਾਈਪ ਸੋਚ ਜਿਹੜੀ ਹੈ ਉਹਦਾ ਇਹ ਨਮੂਨਾ ਹੈ। ਇਹ ਸਟੀਰੀਓਟਾਈਪ ਸੋਚ ਹੈ ਜਿੱਥੇ ਕਿ ਆਦਮੀ ਕੁਝ ਵੀ ਕਰ ਸਕਦਾ ਔਰ ਔਰਤਾਂ ਉੱਤੇ ਬਹੁਤ ਸਾਰੀਆਂ ਰਿਸਟ੍ਰਿਕਸ਼ਨਾਂ ਲੱਗੀਆਂ ਹੋਈਆਂ ਨੇ। ਇਹ ਸਟੀਰੀਓਟਾਈਪ ਸੋਚ ਹੈ ਕਿ ਅਗਰ ਕਿਸੇ ਨੇ ਸਿਰ 'ਤੇ ਚੁੰਨੀ ਲਈ ਹੈ ਤੇ ਉਹ ਲੜਕੀ ਜਾਂ ਔਰਤ ਉਹ ਸ਼ਰੀਫ ਹੈ, ਉੱਥੋਂ ਸ਼ਰਾਫਤ ਦਿਖਦੀ ਹੈ। ਅਗਰ ਕਿਸੇ ਨੇ ਵੈਸਟਰਨ ਡਰੈਸ ਪਾ ਲਈ, ਮਗਰ ਕਿਸੇ ਨੇ ਆਪਣੇ ਜੌਬ ਦੇ ਕਾਰਨ ਕੋਈ ਐਸਾ ਡਰੈਸ ਪਾਈ ਹੈ, ਚਾਹੇ ਉਹ 에ਅਰ ਹੋਸਟਸ ਹੈ, ਚਾਹੇ ਉਹ ਫੈਸ਼ਨ ਇੰਡਸਟਰੀ ਦੇ ਵਿੱਚ ਹੈ, ਚਾਹੇ ਉਹ ਹੋਰ ਵੀ ਕਿਸੇ ਕਾਰਪੋਰੇਟ ਘਰਾਣੇ ਦੇ ਕਿਤੇ ਕਾਰਪੋਰੇਟ 'ਚ ਕੰਮ ਕਰ ਰਹੀ ਹੈ, ਉਹਨੂੰ ਅਸੀਂ ਉਹਦੇ ਕੱਪੜਿਆਂ ਕਾਰਨ ਜੱਜ ਕਰਦੇ ਹਾਂ, ਕਿਉਂਕਿ ਅਸੀਂ ਸ਼ੁਰੂ ਤੋਂ ਹੀ ਇਵੇਂ ਦੀ ਸੋਚ ਬਣਾ ਲਈ ਹੈ ਕਿ ਸ਼ਾਇਦ ਸਿਰ ਢੱਕਣਾ ਹੀ ਸ਼ਰਾਫਤ ਹੁੰਦੀ ਹੈ, ਸ਼ਾਇਦ ਇੱਕ ਕਲਚਰਲ ਡਰੈਸ ਪਾਉਣੀ, ਸਲਵਾਰ ਕੁੜਤਾ ਸਲਵਾਰ ਕਮੀਜ਼ ਪਾਉਣਾ ਹੀ ਜਿਹੜਾ ਆ ਉਹ ਸ਼ਰਾਫਤ ਦੀ ਨਿਸ਼ਾਨੀ ਹੈ। ਇਹ ਧਾਰਨਾ ਕਾਰਨ ਹੀ ਅੱਜ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੋ ਰਹੀਆਂ ਨੇ, ਚਾਹੇ ਉਹ ਲੰਡਨ ਅੰਟੈਰੀਓ ਵਿੱਚ 4 ਲੋਕ ਜਿਹੜੇ ਉਹਨਾਂ ਨੂੰ ਕਤਲ ਕਰਤਾ ਜਾਏ, ਚਾਹੇ ਐਸੀਆਂ ਧਾਰਨਾ ਕਾਰਨ ਮਾਂ-ਬਾਪ ਜਿਹੜੇ ਆਪਣੀਆਂ ਲੜਕੀਆਂ ਨੂੰ ਆਪਣੇ ਲੜਕਿਆਂ ਨੂੰ ਡਿਫਰੈਂਟ ਤਰੀਕੇ ਦੇ ਨਾਲ ਟਰੀਟ ਕਰਦੇ ਹੋਣ, ਐਸੀਆਂ ਧਾਰਨਾ ਕਾਰਨ ਹੀ ਚਾਹੇ ਨੂੰਹ ਔਰ ਲੜਕੀ ਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਪਾਤਾ ਜਾਏ। ਇਹ ਸਾਰੀ ਸੋਚ ਜਿਹੜੀ ਹੈ ਇਹ ਸਾਡੀ ਕਿਵੇਂ ਸਾਨੂੰ ਰੋਜ਼ ਬਰਬਾਦ ਕਰਦੀ ਹੈ, ਕਿਵੇਂ ਸਾਡੇ ਰੋਜ਼ ਰਿਸ਼ਤੇ ਤੋੜਦੀ ਹੈ, ਕਿਵੇਂ ਸਾਡੇ ਰੋਜ਼ ਦੀ ਜ਼ਿੰਦਗੀ ਦੇ ਵਿੱਚ ਇਹ ਸਾਨੂੰ ਨਾਰਮਲ ਸੋਚ ਤੋਂ ਦੂਰ ਰੱਖਦੀ ਹੈ, ਕਿਵੇਂ ਅਸੀਂ ਇੱਕ ਆਮ ਇਨਸਾਨ ਨੂੰ ਜੱਜ ਕਰਨ ਦੀ ਕਾਬਲੀਅਤ ਜਿਹੜੀ ਆ ਉਹਨੂੰ ਗਵਾ ਬੈਠਦੇ ਹਾਂ, ਕਿਉਂਕਿ ਅਸੀਂ ਪਹਿਲਾਂ ਹੀ ਇਵੇਂ ਸੋਚ ਕੇ ਚੱਲਦੇ ਹਾਂ ਕਿ ਜੇ ਕਿਸੇ ਨੇ ਐਸੇ ਕੱਪੜੇ ਪਾਏ ਨੇ, ਜੇ ਕਿਸੇ ਨੇ ਐਸੀ ਕੰਮ ਕੀਤਾ ਹੈ, ਜੇ ਕਿਸੇ ਨੇ ਕੋਈ ਇਵੇਂ ਦੀ ਬੋਲੀ ਹੈ, ਤੇ ਉਹਦੇ ਨਾਲ ਅਸੀਂ ਉਹਦੀ ਪੂਰੀ ਪਰਸਨੈਲਿਟੀ ਅਸੈਸ ਕਰ ਦਿੰਦੇ ਹਾਂ। ਕਿਤੇ ਵੀ ਇਹੋ ਜਿਹੀ ਸੋਚ ਸਮਾਜ ਦੇ ਵਿੱਚ ਹਮੇਸ਼ਾ ਹੀ ਰਿਸ਼ਤੇ ਹਮੇਸ਼ਾ ਹੀ ਸਮਾਜ ਦੇ ਇਸ਼ੂਜ਼ ਜਿਹੜੇ ਆ ਉਹਨੂੰ ਵਧਾਉਂਦੀ ਹੈ। ਅਤੇ ਅੱਜ ਸਾਡਾ ਗੱਲ ਕਰਨ ਦਾ ਵੀ ਮਕਸਦ ਸਿਰਫ ਜਿਹੜਾ ਇਹੀ ਹੈ ਕਿ ਅਗਰ ਅਸੀਂ ਰਿਸ਼ਤੇ ਵਧੀਆ ਚਾਹੁੰਦੇ ਹਾਂ ਤਾਂ ਸਾਨੂੰ ਜਿੰਨਾ ਘੱਟ ਤੋਂ ਘੱਟ ਹੋ ਸਕੇ ਓਨਾ ਹੀ ਘੱਟ ਸਟੀਰੀਓਟਾਈਪ ਹੋਣਾ ਚਾਹੀਦਾ, ਓਨਾ ਹੀ ਘੱਟ ਸਾਨੂੰ ਇਵੇਂ ਦੀ ਪੱਕੀ ਧਾਰਨਾ ਰੱਖ ਕੇ ਸੋਚ ਰੱਖਣੀ ਚਾਹੀਦੀ ਹੈ। ਤਦ ਹੀ ਲੜਕੀ ਔਰ ਲੜਕੇ ਦੀ ਡਿਮਾਂਡ ਸਮਾਜ ਦੇ ਵਿੱਚ ਇੰਨੀ ਇੰਬੈਲੈਂਸ ਜਿਹੜੀ ਹੋ ਚੁੱਕੀ ਹੈ ਉਹ ਖਤਮ ਹੋਏਗੀ। ਤਦ ਹੀ ਅਸੀਂ ਇੱਕ ਨੂੰਹ ਔਰ ਇੱਕ ਲੜਕੀ ਨੂੰ ਇੱਕ ਨਾਰਮਲ ਤਰੀਕੇ ਦੇ ਨਾਲ ਟਰੀਟ ਕਰਾਂਗੇ। ਇਹ ਧਾਰਨਾ ਜਦੋਂ ਅਸੀਂ ਮੰਨ ਕੇ ਚੱਲਦੇ ਹਾਂ ਕਿ ਅਸੀਂ ਆਪਣੀ ਲੜਕੀ ਨੂੰ ਜ਼ਿਆਦਾ ਟਰਸਟ ਕਰਦੇ ਹਾਂ, ਆਪਣੀ ਨੂੰਹ ਨੂੰ ਟਰਸਟ ਨਹੀਂ ਕਰਦੇ, ਜਿਹੜੀ ਕਿ ਆਪਣੇ ਪਰਿਵਾਰ ਨੂੰ ਛੱਡ ਕੇ ਦੂਸਰੇ ਘਰ ਦੇ ਵਿੱਚ ਆਉਂਦੀ ਹੈ, ਮਗਰ ਇੱਕ ਸੋਚ ਐਵੇਂ ਦੀ ਬਣੀ ਹੈ ਕਿ ਇਹ ਨੂੰਹ ਹੈ, ਸਿਰਫ ਉਹਦਾ ਲੇਬਲ ਨੂੰਹ ਹੋਣ ਕਾਰਨ ਅਸੀਂ ਉਹਦੇ ਤੋਂ ਇਹ ਉਮੀਦ ਕਰਦੇ ਹਾਂ ਕਿ ਇਹ ਚਾਹੇ ਉਹ 20 ਸਾਲ ਦੀ ਹੈ, ਸਾਡੀ ਲੜਕੀ ਤੋਂ ਛੋਟੀ ਵੀ ਹੋਏ ਏਜ ਵਿੱਚ, ਉਹ ਸਾਰਾ ਘਰ ਜਿਹੜਾ ਹੈ ਉਹ ਚਲਾਏਗੀ। ਅਸੀਂ ਉਹਨੂੰ ਸਟ੍ਰੇਟ ਵੇ ਜੱਜ ਕਰਨ ਲੱਗ ਪੈਂਦੇ ਹਾਂ ਵੀ ਇਹਨੂੰ ਖਾਣੇ ਕਿੰਨੇ ਬਣਾਉਣੇ ਆਉਂਦੇ ਆ, ਇਹਨੂੰ ਘਰ ਕਿਵੇਂ ਚਲਾਉਣਾ ਆਉਂਦਾ ਹੈ, ਇਹ ਰਿਸ਼ਤੇਦਾਰਾਂ ਨੂੰ ਕਿਵੇਂ ਡੀਲ ਕਰਦੀ ਹੈ, ਜਦ ਕਿ ਉਹਨਾਂ ਦੇ ਨਾਲ ਉਸ ਉਮਰ ਨਾਲ ਸ਼ਾਇਦ ਵੱਡੀ ਸਾਡੀ ਆਪ ਦੀ ਬੇਟੀ ਜਿਹੜੀ ਆ ਉਹਦੇ ਵਿੱਚ ਅਸੀਂ ਉਹ ਚੀਜ਼ਾਂ ਦੀ ਭਾਲ ਨਹੀਂ ਕਰਦੇ। ਇੱਥੇ ਹੀ ਇਹੋ ਜਿਹੀ ਸੋਚ ਕਾਰਨ ਹੀ ਰਿਸ਼ਤੇ ਜਿਹੜੇ ਨੇ ਉਹ ਖਰਾਬ ਹੁੰਦੇ ਨੇ। ਇਹ ਸਮਾਜ ਦੇ ਵਿੱਚ ਵੀ ਜਿਹੜੇ ਵਿਤਕਰੇ, ਸਮਾਜ ਦੇ ਵਿੱਚ ਵੀ ਜਿਹੜੇ ਸਾਡੀ ਸੋਚ ਕਾਰਨ ਜਿਹੜੇ ਡਿਵੀਜ਼ਨ ਬਣੀ ਹੋਈ ਹੈ, ਉਹ ਵੀ ਇਹੋ ਜਿਹੀ ਪੱਕੀ ਸੋਚ ਕਰਕੇ ਹੈ।
ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜੇ ਕਿਸੇ ਨੇ ਵੱਡੀ ਕਾਰ ਲਈ ਹੈ ਤਾਂ ਉਹਦਾ ਸ਼ਾਇਦ ਬੈਂਕ ਬੈਲੈਂਸ ਵੀ ਬਹੁਤ ਵੱਡਾ ਹੋਏਗਾ, ਉਹ ਸ਼ਾਇਦ ਦਿਲ ਦਾ ਵੀ ਬਹੁਤ ਵੱਡਾ ਹੋਏਗਾ, ਉਹ ਐਲੀਟ ਹੋਏਗਾ, ਉਹ ਇੱਕ ਬੜਾ ਸੁਪਰ ਔਰ ਸੁਪੀਰੀਅਰ ਇਨਸਾਨ ਹੋਏਗਾ। ਮਗਰ ਐਸੇ ਹਜ਼ਾरों ਲੋਕ ਨੇ ਜਿਨ੍ਹਾਂ ਕੋਲ ਅਰਬਾਂ ਰੁਪਏ ਨੇ, ਮਗਰ ਉਹ ਬੜੇ ਸਧਾਰਨ ਜ਼ਿੰਦਗੀ ਵੀ ਜੀਂਦੇ ਨੇ। ਔਰ ਐਸੇ ਬਹੁਤ ਵੱਡੀਆਂ ਗੱਡੀਆਂ 'ਚ ਜਾਣ ਵਾਲੇ ਲੋਕ ਨੇ ਜਿਹੜੇ ਬਹੁਤ ਨੰਗੇ ਔਰ ਭੁੱਖੇ ਔਰ ਗੰਦੇ ਵੀ ਲੋਕ ਨੇ। ਉਹਨਾਂ ਵਿੱਚ ਸੁਪੀਰੀਅਰ ਹੋਣ ਦੀ ਕੋਈ ਕਾਬਲੀਅਤ ਹੀ ਨਹੀਂ ਹੈ। ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਬੜੇ ਮਸ਼ਹੂਰ ਨੇ, ਅਸੀਂ ਉਹਨਾਂ ਨੂੰ ਉਹਨਾਂ ਦੇ ਸਟੇਟਸ ਕਰਕੇ ਹੀ ਸੁਪੀਰੀਅਰ ਸਮਝਣ ਲੱਗ ਪੈਂਦੇ ਹਾਂ। ਮਗਰ ਐਸੇ ਬਹੁਤ ਸਾਰੇ ਲੋਕ ਨੇ ਜਿਹੜੇ ਬੜੇ ਚੰਗੇ ਅਹੁਦਿਆਂ 'ਤੇ ਬੈਠੇ ਆ, ਬੜੇ ਮਸ਼ਹੂਰ ਨੇ, ਮਗਰ ਉਹਨਾਂ ਦੀ ਹਰਕਤਾਂ ਦੇ ਵਿੱਚ ਰੇਪ ਵੀ ਨੇ, ਉਹਨਾਂ ਦੀ ਹਰਕਤਾਂ ਦੇ ਵਿੱਚ ਮੋਲੈਸਟੇਸ਼ਨ ਵੀ ਹੈ, ਉਹਨਾਂ ਦੀ ਹਰਕਤਾਂ ਦੇ ਵਿੱਚ ਘਟੀਆ ਹਰਕਤਾਂ, ਬਹੁਤ ਚੀਪ ਹਰਕਤਾਂ ਨੇ ਜਿਹੜੀਆਂ ਕਿ ਇੱਕ ਬਹੁਤ ਗਿਰਿਆ ਹੋਇਆ ਇਨਸਾਨ ਡਿਫਾਈਨ ਕਰਦੀਆਂ ਨੇ ਉਹਨਾਂ ਨੂੰ। ਮਗਰ ਉਹ ਇਨਸਾਨ, ਕਿਉਂਕਿ ਸਾਡੀ ਸੋਚ ਇਵੇਂ ਦੀ ਹੈ ਕਿ ਉਹਨਾਂ ਦਾ ਅਗਰ ਸਟੇਟਸ ਚੰਗਾ ਹੈ ਤੇ ਉਹ ਲੋਕ ਚੰਗੇ ਨੇ, ਇਹਦੇ ਕਾਰਨ ਸਮਾਜ, ਇਹਦੇ ਕਾਰਨ ਕਾਨੂੰਨ, ਇਹਦੇ ਕਾਰਨ ਹਰ ਵੇਖਣ ਵਾਲਾ ਇਨਸਾਨ ਜਿਹੜਾ ਆ ਉਹ ਉਹਨਾਂ ਦੀਆਂ ਘਟੀਆ ਹਰਕਤਾਂ ਨੂੰ ਇਗਨੋਰ ਕਰਦਾ ਹੈ। ਮਗਰ ਇੱਕ ਆਮ ਇਨਸਾਨ ਉਹਨੂੰ ਕੰਟੀਨਿਊਸਲੀ ਜੱਜ ਕਰਦਾ ਹੈ। ਇਹ ਐਸੀ ਸੋਚ ਜਿਹੜੀ ਹੈ, ਸਟੀਰੀਓਟਾਈਪ ਸੋਚ ਜਿਹੜੀ ਹੈ, ਇਹ ਸਾਨੂੰ ਹਰੇਕ ਥਾਂ ਦੇ ਉੱਤੇ ਤੰਗ ਕਰਦੀ ਹੈ। ਹਰ ਪਹਿਲੂ ਉੱਤੇ ਅਸੀਂ ਇਹਦੇ ਤੋਂ ਮਾਰ ਖਾਂਦੇ ਹਾਂ, ਔਰ ਹਰ ਪਹਿਲੂ ਦੇ ਉੱਤੇ ਅਸੀਂ ਧੋਖਾ ਵੀ ਖਾਂਦੇ ਹਾਂ, ਕਿਉਂਕਿ ਅਸੀਂ ਬਾਇਸ ਹੋ ਜਾਂਦੇ ਹਾਂ, ਅਸੀਂ ਸਟੀਰੀਓਟਾਈਪ ਹੋ ਜਾਂਦੇ ਹਾਂ ਕਿ ਲੜਕੇ ਐਵੇਂ ਹੁੰਦੇ ਨੇ, ਲੜਕੀਆਂ ਐਵੇਂ ਹੁੰਦੀਆਂ ਨੇ, ਇੰਡੀਅਨ ਐਵੇਂ ਲੋਕ ਨੇ, ਪਾਕਿਸਤਾਨੀ ਐਵੇਂ ਲੋਕ ਨੇ, ਮੁਸਲਮਾਨ ਐਸੇ ਨੇ, ਹਿੰਦੂ ਐਸੇ ਨੇ। ਇਹ ਸਟੀਰੀਓਟਾਈਪ ਸੋਚ ਜਿਹੜੀ ਹੈ, ਇਹਦੇ ਕਾਰਨ ਅਸੀਂ ਇਨਸਾਨ ਨੂੰ ਸਮਝਣ ਦੀ ਕਾਬਲੀਅਤ ਜਿਹੜੀ ਆ ਉਹਨੂੰ ਗਵਾ ਬੈਠਦੇ ਹਾਂ। ਅਸੀਂ ਇਸ ਟੌਪਿਕ ਉੱਤੇ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਹੋਰ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਮਾਜ ਦੇ ਵਿੱਚ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਤੰਗ ਕਰ ਰਹੀਆਂ ਨੇ, ਔਰ ਇੱਥੋਂ ਤੱਕ ਵੀ ਗਿਰ ਜਾਂਦੀਆਂ ਨੇ, ਇੱਥੋਂ ਤੱਕ ਵੀ ਅਸਰ ਕਰ ਜਾਂਦੀਆਂ ਨੇ ਕਿ 3 ਪੀੜ੍ਹੀਆਂ ਇੱਕ ਪਰਿਵਾਰ ਦੀਆਂ ਗਵਾ ਚੁੱਕੇ ਨੇ। 4 ਪਰਿਵਾਰ ਦੇ ਜੀ ਮਾਰ ਦੇਣੇ ਸਿਰਫ ਇਸ ਕਰਕੇ ਕਿ ਉਹ ਇੱਕ ਪਰਟੀਕੂਲਰ ਧਰਮ ਨੂੰ ਬਿਲੋਂਗ ਕਰਦੇ ਨੇ, ਇੱਕ ਪਰਟੀਕੂਲਰ ਵੇਸ਼ਭੂਸ਼ਾ ਪਾਉਂਦੇ ਨੇ। ਇਹ ਇੱਕ ਸਟੀਰੀਓਟਾਈਪ ਹੋਣ ਦਾ ਹੀ ਨਤੀਜਾ ਹੈ। ਬਹੁਤ ਸਾਰੇ ਰਿਸ਼ਤੇ ਐਵੇਂ ਬਰਬਾਦ ਹੁੰਦੇ ਨੇ ਕਿਉਂਕਿ ਅਸੀਂ ਐਵੇਂ ਹੀ ਸੋਚਦੇ ਹਾਂ। ਇਸੇ ਟੌਪਿਕ ਉੱਤੇ ਅਸੀਂ ਗੱਲਬਾਤ ਜਾਰੀ ਰਹਾਂਗੇ। ਵਿੱਚ ਤੁਹਾਡੀਆਂ ਕਾਲਸ ਵੀ ਬਹੁਤ ਆ ਰਹੀਆਂ ਨੇ। ਮੇਰੀ ਰਿਕੁਐਸਟ ਇਹ ਹੈ ਕਿ ਬਹੁਤ ਵਾਰੀ ਸਾਨੂੰ ਇੰਡੀਆ ਤੋਂ ਵੀ ਕਾਲ ਆਉਂਦੀਆਂ ਨੇ। ਸਾਡੇ ਸਟੂਡੀਓ ਦੇ ਨੰਬਰ 'ਤੇ ਤੁਸੀਂ ਅਗਰ ਕਾਲ ਕਰ ਸਕਦੇ ਹੋ ਤਾਂ ਅਸੀਂ ਤੁਹਾਨੂੰ ਔਨ ਏਅਰ ਕਰ ਸਕਦੇ ਹਾਂ, ਕਿਉਂਕਿ ਮੇਰੇ ਸੈੱਲ ਨੰਬਰ 'ਤੇ ਅਗਰ ਤੁਸੀਂ ਕਾਲ ਕਰ ਰਹੇ ਹੋ ਤੇ ਟੈਕਨੀਕਲ ਇਸ਼ੂਜ਼ ਕਾਰਨ ਅਸੀਂ ਤੁਹਾਡੀ ਕਾਲ ਔਨ ਏਅਰ ਨਹੀਂ ਕਰ ਸਕਦੇ। ਸੋ ਸਟੂਡੀਓ ਦੇ ਨੰਬਰ 'ਤੇ ਕਾਲ ਪਲੀਜ਼ ਕਰੀਏ, ਅਤੇ ਸਟੂਡੀਓ ਦਾ ਨੰਬਰ ਹੈਗਾ 416 620 1778 416 620 1778। ਔਰ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਪ੍ਰੋਗਰਾਮ ਵੱਲ ਵਧੀਏ, ਇਹਨਾਂ ਟੌਪਿਕਸ ਉੱਤੇ ਗੱਲ ਕਰਦੇ ਰਹੀਏ, ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਜਿਹੜੀ ਆ ਅਸੀਂ ਲੈਂਦੇ ਹਾਂ ਤਾਂ ਕਿ ਸਾਡੇ ਸਾਰੇ ਸੁਣਨ ਵਾਲੇ ਵਧੀਆ ਐਤਵਾਰ ਦਾ ਆਨੰਦ ਮਾਣ ਸਕਣ ਔਰ ਇੱਕ ਸੰਗੀਤਮਈ ਮਾਹੌਲ ਬਣਾਇਆ ਜਾ ਸਕੇ। ਪਿੱਛੇ ਤੇਰੇ ਹੋਣੀਆਂ ਵੇ ਮੈਂ ਅੱਲਾ ਤੋਂ ਦੁਆਵਾਂ ਮੰਗਦੀ, ਹਰ ਦਿਨ ਸ਼ੁਰੂ ਹੋਵੇ ਤੇਰੇ ਤੋਂ, ਤੈਨੂੰ ਬਸ ਦੂਰ ਨਾ ਕਰੇ, ਚਾਹੇ ਸਭ ਖੋਲੇ ਮੇਰੇ ਤੋਂ, ਬਾਕੀ ਸਾਰੇ ਰੰਗ ਫਿੱਕੇ ਫਿੱਕੇ ਲੱਗਦੇ, ਤੈਨੂੰ ਜੋ ਪਸੰਦ ਉਹੀ ਪਾਉਣੀਆਂ ਵੇ ਮੈਂ ਇੰਨਾ ਤੈਨੂੰ ਚਾਹੁੰਦੀਆਂ, ਤਾਂ ਹੀ ਪਿੱਛੇ ਤੇਰੇ ਹੋਣੀਆਂ, ਇੰਨਾ ਤੈਨੂੰ ਰੇਡੀਓ ਜ਼ਿੰਦਾਬਾਦ 'ਤੇ ਤੁਹਾਡਾ ਬਹੁਤ ਬਹੁਤ ਜੀ ਆਇਆਂ। ਸਾਡੇ ਨਾਲ ਕੁਝ ਕਾਲਰ ਵੀ ਜੁੜ ਚੁੱਕੇ ਨੇ, ਅਸੀਂ ਉਹਨਾਂ ਨੂੰ ਜ਼ਰੂਰ ਔਨ ਏਅਰ ਕਰਦੇ ਹਾਂ। ਤੁਸੀਂ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਿਹਾ ਜੀ? ਮੈਂ ਕਰਮ ਸਿੰਘ ਬੋਲ ਰਿਹਾ ਜੀ। ਆਪ ਦਾ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ, ਬਹੁਤ ਸੋਹਣੇ ਤੁਸੀਂ ਜੋ ਪੇਸ਼ ਕੀਤੀ ਹੈ ਜੀ, ਕਿ ਇੰਨਾ ਮਨ ਨੂੰ ਲੱਗਾ ਨਾ, ਦੁੱਖ ਵੀ ਆ ਉਸ ਗੱਲ ਖਬਰ ਦਾ ਜੀ। ਅਸੀਂ ਆਪਣੇ ਧੀਆਂ ਨੂੰ ਵੀ ਉਨੀ ਇੱਜ਼ਤ ਕਰਦੇ ਜਿੰਨੇ ਨੌਂ ਨੂੰ ਉਨੀ ਇੱਜ਼ਤ ਦੇਈਏ, ਕਿ ਬਹੁਤ ਹੀ ਚੰਗਾ ਹੋਵੇ ਕਿ ਅਸੀਂ ਦੂਜੇ ਨੁਕਸ ਵਿੱਚ ਕੱਢਣ ਤੋਂ ਪਹਿਲਾਂ ਆਪਣੇ ਘਰ ਜਿੱਦਾਂ ਕਿ ਚੈੱਕ ਕਰੀਏ ਜੀ। ਬੇਟੀਆਂ ਨੂੰ, ਨੌਂ ਨੂੰ ਵੀ ਬੇਟੀ ਦੇ ਬਰਾਬਰ ਸਮਝੀਏ ਔਰ ਉਹਦੀ ਪੂਰੀ ਦੀਦ ਕਰੀਏ ਜੀ।
ਜੀ ਸਾਡਾ ਪ੍ਰੋਗਰਾਮ ਬਹੁਤ ਸੋਹਣਾ ਜੀ। ਮੈਂ ਜਿੱਦਾਂ ਕਹਿੰਦਾ ਕਿ ਅਜੇ ਹੁਣੇ ਸ਼ੁਰੂ ਲਾਇਆ ਸੀ ਜੀ ਤੇ ਮੈਂ ਇਹਨਾਂ ਤੁਹਾਡੇ ਜੋ ਵੀ ਸਟੋਰੀ ਸੁਣਾਈ ਮੈਨੂੰ ਬਹੁਤ ਪਸੰਦ ਆਈ ਆ। ਜੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ ਜੀ ਪ੍ਰੋਗਰਾਮ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ। ਤੁਸੀਂ ਬਹੁਤ ਹੀ ਚੰਗੀ ਗੱਲ ਕੀਤੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਸ਼ਾਇਦ ਇਸ ਸਮਾਜ ਦੇ ਵਿੱਚ ਅਗਰ ਇਹੋ ਜਿਹੀ ਸੋਚ ਬਣ ਜਾਏ ਕਿ ਅਸੀਂ ਇਹਨਾਂ ਸਿਰਫ ਇਨਸਾਨ ਨੂੰ ਇਨਸਾਨ ਦੇ ਤੌਰ 'ਤੇ ਸਮਝੀਏ, ਨਾ ਕਿ ਉਹਦੇ ਲੇਬਲ ਦੇ ਤੌਰ 'ਤੇ ਉਹਦਾ ਰਿਸ਼ਤਾ ਕੀ ਹੈ। ਜੇ ਅਗਰ ਲੜਕੀ ਹੈ ਤਾਂ ਉਹਦੇ ਲਈ ਸਾਰੀਆਂ ਚੀਜ਼ਾਂ ਨੇ, ਅਸੀਂ ਉਹਨੂੰ ਇਨਕਰੇਜ ਵੀ ਕਰਦੇ ਹਾਂ ਉਹ ਕਿਹੋ ਜਿਹੇ ਕੱਪੜੇ ਪਾਏ, ਉਹ ਕੈਰੀਅਰ ਬਣਾਏ। ਅਸੀਂ ਚਾਹੁੰਦੇ ਵੀ ਹਾਂ ਕਿ ਸਾਡੀ ਲੜਕੀ ਜਿਹੜੀ ਹੈ ਉਹ ਜੋ ਦੂਸਰੇ ਘਰ ਜਾਏ ਉਹਦੀ ਇੱਜ਼ਤ ਹੋਏ, ਉਹਨੂੰ ਫਰੀਡਮ ਮਿਲੇ, ਉਹਨੂੰ ਆਪਣਾ ਖੁੱਲ੍ਹ ਮਿਲੇ, ਉਹ ਗੱਲ ਕਰ ਸਕੇ, ਉਹਦੀ ਰਿਸਪੈਕਟ ਹੋਏ, ਉਹ ਘਰ ਨੂੰ ਉੱਥੇ ਇੱਕ ਉਹਨੂੰ ਜ਼ਿੰਮੇਵਾਰ ਮੈਂਬਰ ਔਰ ਇੱਕ ਖਾਸ ਮੈਂਬਰ ਸਮਝਿਆ ਜਾਏ ਜੋ ਜਿਵੇਂ ਆਪਣੀ ਲੜਕੀ ਸਮਝਿਆ ਜਾਵੇ ਜੀ। ਜੇ ਆਉਣ ਵਾਲੀ ਅਸੀਂ ਵੀ ਆਪਣੀ ਨੂੰਹ ਨਾ ਸਮਝੀ, ਆਪਣੀ ਧੀ ਸਮਝ ਕੇ ਉਹਨਾਂ ਉਹੋ ਜਿਹਾ ਬਿਹੇਵ ਕਰੀਏ ਤੇ ਕਦੀ ਵੀ ਪਰ ਇਸ ਤਰ੍ਹਾਂ ਦੇ ਨਹੀਂ ਵਾਪਰਨਗੇ ਜੀ। ਹਾਂਜੀ ਬਿਲਕੁਲ ਜੀ। ਜਿਹੜੀ ਅੱਖਾਂ ਦੀ ਸ਼ਰਮ ਇਹੀ ਬਹੁਤ ਹੈ ਜੀ। ਤੇ ਸਾਨੂੰ ਆਪ ਨੂੰ ਵੀ ਇੱਜ਼ਤ ਕਰਨੀ ਚਾਹੀਦੀ, ਹਰ ਇੱਕ ਦੀ ਇੱਜ਼ਤ ਕਰਨੀ। ਆਪੂ ਛੋਟੇ ਨੂੰ ਪਿਆਰ ਕਰੋ, ਬੜੇ ਨੂੰ ਇੱਜ਼ਤ ਨਾਲ ਬੁਲਾਓ। ਸਭ ਤੋਂ ਵੱਡਾ ਇਹੀ ਹੈ ਜੀ। ਆਪਣਾ ਅੱਖਾਂ ਦਾ ਹੈਗਾ ਨਾ, ਉਹਨਾਂ ਨੂੰ ਆਪਣੇ ਸਹੀ ਤਰੀਕੇ ਨਾਲ ਵਰਤੋ। ਠੀਕ ਹੈ ਜੀ, ਰੱਖੋ ਜੀ ਆਪਣੀ। ਬਹੁਤ ਬਹੁਤ ਮਿਹਰਬਾਨੀ ਜੀ, ਤੁਸੀਂ ਕਾਲ ਕੀਤੀ ਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਅਸੀਂ ਜਿਵੇਂ ਗੱਲ ਕਰ ਰਹੇ ਸੀਗੇ, ਜਿਵੇਂ ਸਾਡੇ ਕਾਲਰਸ ਨੇ ਵੀ ਗੱਲ ਕੀਤੀ ਆ ਕਿ ਇਹ ਸਾਡਾ ਇਹੋ ਜਿਹੀ ਜਿਹੜੀ ਸਾਡੀ ਸੋਚ ਹੈ ਇਹ ਸਾਨੂੰ ਹਰ ਥਾਂ 'ਤੇ ਜਿਹੜੀ ਹੈ ਮਦਦ ਵੀ ਕਰਦੀ ਹੈ ਔਰ ਹਰ ਥਾਂ 'ਤੇ ਸਾਨੂੰ ਤੰਗ ਵੀ ਕਰਦੀ ਹੈ। ਜਿੱਥੇ ਵੀ ਮਰਜ਼ੀ ਅਸੀਂ ਇਸ ਚੀਜ਼ ਨੂੰ ਲਾ ਲਈਏ, ਜਿੱਥੇ ਵੀ ਅਸੀਂ ਇਨਸਾਨ ਨੂੰ ਉਹਨੂੰ ਮਿਲਣ ਤੋਂ ਪਹਿਲਾਂ, ਉਹਦੇ ਨਾਲ ਇੰਟਰੈਕਟ ਕਰਨ ਤੋਂ ਪਹਿਲਾਂ ਅਸੀਂ ਪਹਿਲਾਂ ਹੀ ਐਸੀਆਂ ਧਾਰਨਾਵਾਂ ਜਿਹੜੀਆਂ ਅਸੀਂ ਬਣਾ ਲੈਂਦੇ ਹਾਂ, ਉਹਦੇ ਕਾਰਨ ਜਿਹੜਾ ਸਾਨੂੰ ਤੰਗੀਆਂ ਬਹੁਤ ਆਉਂਦੀਆਂ। ਬਹੁਤ ਵੱਡਾ ਇੱਕ ਸਟੀਰੀਓਟਾਈਪ ਹੈ ਆਪਣਾ ਬੱਚਾ ਜ਼ਰੂਰ ਹੋਣਾ ਚਾਹੀਦਾ, ਪਰਮਾਤਮਾ ਦੀ ਦੇਣ ਹੈ। ਅਗਰ ਕੁਦਰਤ ਦੇ ਬਖਸ਼ ਜਿਹੜੀ ਹੁੰਦੀ ਹੈ, ਕੋਈ ਤੁਸੀਂ ਮਾਂ-ਬਾਪ ਬਣਦੇ ਹੋ, ਬਹੁਤ ਚੰਗੀ ਚੀਜ਼ ਹੈ। ਮਗਰ ਅੱਜ ਬਹੁਤ ਸਾਰੇ, ਜੇ ਅਸੀਂ ਕੈਨੇਡਾ ਦੀ ਗੱਲ ਕਰ ਲਈਏ, ਬਹੁਤ ਸਾਰੇ ਐਸੇ ਮਾਂ-ਬਾਪ ਨੇ ਜਿਹੜੇ ਕਿ ਬੱਚੇ ਵਾਸਤੇ ਬਹੁਤ ਸਾਰਾ ਇਲਾਜ ਕਰਾ ਰਹੇ ਨੇ, ਬਹੁਤ ਜ਼ਿਆਦਾ ਮੈਂਟਲੀ ਪਰੇਸ਼ਾਨ ਨੇ। ਕਿਹੜਾ ਬਾਬਾ, ਕਿਹੜਾ ਉਹ ਜੰਤਰ ਤੰਤਰ ਮੰਤਰ ਜਿਹੜਾ ਆ ਉਹ ਨਹੀਂ ਕਰ ਰਹੇ ਕਿ ਉਹਨਾਂ ਦੇ ਬੱਚਾ ਹੋਏ। ਮਗਰ ਸਾਲਾਂ ਦੇ ਸਾਲ ਉਹ ਜਿਹੜੇ ਆ ਇਸ ਸਟ੍ਰੈਸ ਦੇ ਨਾਲ ਕੱਢ ਲੈਣਗੇ। ਮਗਰ ਇਹ ਕਦੀ ਸੋਚ ਜਿਹੜੀ ਆ ਉਹਨਾਂ ਦੇ ਵਿੱਚ ਨਹੀਂ ਆਏਗੀ ਕਿ ਸ਼ਾਇਦ ਕੋਈ ਬੱਚਾ ਅਡਾਪਟ ਕਰਕੇ ਕੋਈ ਵੀ ਉਹਦੀ ਜ਼ਿੰਦਗੀ ਜਿਹੜੀ ਆ ਉਹ ਬਿਹਤਰ ਕਰ ਸਕਦੇ ਨੇ। ਬੜੇ ਇਨਫਲੂਐਂਸ਼ੀਅਲ, ਬੜੇ ਵੈਲ ਸੈਟਲਡ ਕਪਲਸ ਜਿਹੜੇ ਨੇ ਉਹ ਇਸ ਵੱਲ ਨਹੀਂ ਆਉਂਦੇ ਕਿਉਂਕਿ ਇੱਕ ਸਟੀਰੀਓਟਾਈਪ ਸੋਚ ਬਣੀ ਹੋਈ ਹੈ ਕਿ ਅਸੀਂ ਅਡਾਪਟ ਕੀਤਾ ਕਿਸੇ ਦਾ ਬੱਚਾ ਜਿਹੜਾ ਆ ਉਹਨੂੰ ਨਹੀਂ ਪਾਲ ਸਕਦੇ। ਉਹ ਬੱਚੇ ਦੇ ਵਿੱਚ ਵੀ ਜਿਹਦਾ ਹੋ ਸਕਦਾ ਉਹਦੇ ਲਈ ਬਹੁਤ ਵੱਡਾ ਪੁੰਨ ਹੋਏ, ਉਹਨੂੰ ਤੁਸੀਂ ਬਹੁਤ ਵੱਡੀ ਜ਼ਿੰਦਗੀ ਦੇ ਸਕੋ, ਅਸੀਂ ਉਹ ਵੀ ਹਜ਼ਾਰਾਂ ਲੱਖਾਂ ਡਾਲਰ ਖਰਚ ਸਕਦੇ ਹਾਂ ਹੋਰ ਸਾਰੇ ਟੈਸਟਾਂ ਦੇ ਉੱਤੇ, ਹੋਰ ਸਾਰੀਆਂ ਚੀਜ਼ਾਂ ਉੱਤੇ ਸਟ੍ਰੈਸ ਲਵਾਂਗੇ, ਮਗਰ ਕਿਸੇ ਦੂਸਰੇ ਬੱਚੇ ਨੂੰ ਲੈ ਕੇ ਆਪਣੀ ਗੋਦ ਉਹਦੀ ਜ਼ਿੰਦਗੀ ਜਿਹੜੀ ਆ ਬੈਟਰ ਨਹੀਂ ਕਰਾਂਗੇ, ਉਹਨੂੰ ਪਿਆਰ ਨਹੀਂ ਕਰਾਂਗੇ। ਕਿਉਂਕਿ ਕਿਸੇ ਦਾ ਬੱਚਾ। ਸਾਡੇ ਨਾਲ ਕਾਲਰ ਹੋਰ ਵੀ ਜੁੜ ਚੁੱਕਿਆ। ਚਰਨਜੀਤ ਜੀ, ਤੁਹਾਡਾ ਰੇਡੀਓ ਜ਼ਿੰਦਾਬਾਦ ਤੇ ਬਹੁਤ ਬਹੁਤ ਜੀ ਆਇਆਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕਰਨਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਾਹਿਬ, ਤੁਸੀਂ ਵਧੀਆ ਟੌਪਿਕ ਲੈ ਕੇ ਆਉਂਦੇ ਹੋ। ਬਹੁਤ ਮਿਹਰਬਾਨੀ ਜੀ। ਤੁਹਾਡੇ ਨਾਲ ਇਹ ਪ੍ਰੋਗਰਾਮ ਸੁਣਨ ਵਾਸਤੇ ਆਇਆ ਜੀ। ਕਿਉਂਕਿ ਉਦਾਂ ਹੈ ਨਹੀਂ ਕਿਤੇ ਵੀ ਤੁਹਾਡੇ ਪ੍ਰੋਗਰਾਮ ਦਾ ਹੈ ਜੀ। ਤੇ ਗੱਲ ਕਰ ਰਹੇ ਨਾ ਆਪਾਂ ਨੂੰਹਾਂ ਦੀ, ਇਹ ਨਾ ਇੱਕ ਆਪਾਂ ਪਰਸੈਪਸ਼ਨ ਬਣ ਚੁੱਕੀ ਆ ਜੀ। ਹਮੇਸ਼ਾ ਖੈਰ ਸਹੁਰੇ ਜਿਹੜੇ ਆ ਨਾ ਜੀ, ਇਹ ਨੂੰਹਾਂ ਨੂੰ ਚੰਗਾ ਨਹੀਂ ਸਮਝਦੇ, ਕਹਿਣਾ ਨਹੀਂ ਕਰੀ ਜਾਂਦੀ। ਇਹ ਨਾ ਜਿਸ ਬੰਦੇ ਨੇ ਕੋਈ ਐਕਸਪੀਰੀਅੰਸ ਕੀਤਾ ਹੋਵੇ ਉਹਨੂੰ ਪਤਾ ਹੁੰਦਾ। ਬਿਲਕੁਲ ਠੀਕ ਗੱਲ ਹੈ ਜੀ। ਠੀਕ ਹੈ, ਜਿਹੜਾ ਇਹ ਦੋਨੇ ਪਾਸੇ ਗੱਲਾਂ ਹੁੰਦੀਆਂ। ਗੱਲ ਜਿਹੜੀ ਲੜਕੀ ਹੁੰਦੀ ਹੈ ਨਾ ਜੀ, ਉਹਦੇ ਮਾਪਿਆਂ ਨੇ ਕਿੱਦਾਂ ਦੇ ਸੰਸਕਾਰ ਦਿੱਤੇ ਆ ਜੀ। ਦੂਜੇ ਪਾਸੇ ਜਿਹੜੇ ਹੈਗੇ ਕਹਿੰਦੇ ਠੀਕ ਆ, ਉਹ ਵੀ ਜਿਹੜੇ ਹੈਗੇ ਸਹੁਰੇ ਆ ਉਹ ਵੀ ਲੜਕੀ ਨੂੰ ਆਪਣੀ ਧੀ ਸਮਝਣ ਤਾਂ ਵਧੀਆ ਗੱਲ ਆ। ਪਰ ਜੋ ਬੰਦਾ ਐਕਸਪੀਰੀਅੰਸ ਕਰਦਾ ਉਹ ਦੇਖਦਾ ਉਹ ਧੀ ਸਮਝਦੇ ਹੋਇਆ ਵੀ ਜੇ ਉਹ ਲੜਕੀਆਂ ਸਮਝੇ ਨਹੀਂ ਹੈਗੀ, ਆਪਣੇ ਮਾਪੇ ਮਾਵੀਆਂ ਨਹੀਂ ਹੈਗੀਆਂ, ਚਰਨਜੀਤ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਮੇਰੇ ਬਿਲਕੁਲ ਚਰਨਜੀਤ ਜੀ, ਗੱਲ ਪਤਾ ਕੀ ਹੈ, ਉਹੀ ਗੱਲ ਕਰ ਰਹੇ ਆ। ਉਹ ਲੜਕੀ ਜਿਹੜੀ ਆਉਂਦੀ ਹੈ ਉਹ ਵੀ ਕਈ ਵਾਰ ਉਸੇ ਹੀ ਧਾਰਨਾ ਦੀ ਸ਼ਿਕਾਰ ਹੁੰਦੀ ਹੈ ਕਿ ਮੈਂ ਜਦੋਂ ਜਾਊਂਗੀ ਮੈਨੂੰ ਇਹ ਇੱਜ਼ਤ ਨਹੀਂ ਮਿਲਣੀ, ਉਹ ਮੇਰੇ ਸਹੁਰੇ ਹੈ। ਉਹ ਵੀ ਕਿਤੇ ਨਾ ਕਿਤੇ ਉਸੇ ਹੀ ਇਸ਼ੂ ਦਾ ਸ਼ਿਕਾਰ ਹੈ ਕਿ ਉਹ ਪਹਿਲਾਂ ਹੀ ਮਨ 'ਚ ਬਣਾ ਕੇ ਆਉਂਦੀ ਹੈ ਕਿ ਸੋ ਹਰ ਇੱਕ ਇੰਡੀਵਿਜੂਅਲ ਡਿਫਰੈਂਟ ਹੈ, ਹਰ ਸੱਸ ਸਹੁਰਾ ਡਿਫਰੈਂਟ ਹੈ, ਹਰ ਨੋ ਡਿਫਰੈਂਟ ਹੈ। ਸੋ
ਇਹੀ ਅਸੀਂ ਗੱਲ ਕਰ ਰਹੇ ਹਾਂ ਜਿਵੇਂ ਤੁਸੀਂ ਗੱਲ ਕਰ ਰਹੇ ਹੋ। ਅੱਛਾ ਦੇਖੋ ਨਾ ਕਰਨ ਸਾਹਿਬ, ਫਿਰ ਉਹ ਜੇ ਲੜਕੀ ਕੁਛ ਏਦਾਂ ਮਤਲਬ ਉਹਦਾ ਬਿਹੇਵ ਠੀਕ ਨਹੀਂ, ਫਿਰ ਉਹਨੇ ਕੀ ਕਰਨਾ? ਫਿਰ ਬੰਦਾ ਕੀ ਕਰਦੇ ਆ, ਉਹ ਫਿਰ ਉਹਦੇ ਮਾਪਿਆਂ ਨਾਲ ਗੱਲ ਕਰਦੇ ਆ, ਜੀ। ਤੇ ਉਹਦੇ ਮਾਪੇ ਵੀ ਉਦਾਂ ਦੇ ਹੀ ਆ, ਫਿਰ ਦੱਸੋ ਬੰਦਾ ਕੀ ਕਰਦਾ ਹੋਊਗਾ, ਕੀ ਕਰ ਸਕਦਾ ਜੀ? ਉਹਦੇ ਗਾਂ ਜਿਹੜੇ ਮਾਪੇ ਆ ਨਾ, ਤੇ ਉਹਨੇ ਸਮਝਾਉਣਾ ਨਾ ਜੀ, ਉਹਨੇ ਫਾਈਂਡ ਆਊਟ ਕਰਨਾ, ਦੇਖਣਾ ਵੀ ਇਹ ਗਲਤੀ ਕਿੱਥੇ ਆ। ਜੀ, ਗਲਤੀ ਕਿਉਂਕਿ ਲੜਕੀਆਂ ਕੀ ਹੁੰਦੀਆਂ, ਬੱਚੀਆਂ ਹੁੰਦੀਆਂ, ਉਹ ਆਪਣੇ ਨਾ ਫਾਇਦੇ ਲਈ ਝੂਠ ਬੋਲ ਜਾਂਦੀਆਂ ਜੀ, ਜਦੋਂ ਕਿਉਂਕਿ ਮੈਨੂੰ ਨਮੋਸ਼ੀ ਨਾ ਹੋਵੇ ਜਾਂ ਮੇਰੀ ਗਲਤੀ ਨਾ ਮਹਿਸੂਸ ਹੋਵੇ, ਉਹਦਾ ਫਿਰ ਦੇਖਣਾ ਹੁੰਦਾ ਉਹਦੇ ਮਾਪਿਆਂ ਨੇ ਵੀ ਗਲਤੀ ਕਿੱਥੇ ਆ। ਜੇ ਬਿਨਾਂ ਲੜਕੀ, ਕਿਉਂਕਿ ਮੈਂ ਏਦਾਂ ਦੇ ਹੋ ਚੁੱਕਿਆ, ਮੇਰੀ ਭਤੀਜੀ ਜੀ ਉਹਨੇ ਮਤਲਬ ਝੂਠ ਬੋਲਿਆ ਘਰ ਆ ਕੇ, ਠੀਕ ਹੈ। ਮੇਰਾ ਬ੍ਰਦਰ ਸੀਗਾ ਫੌਜੀ ਰਿਟਾਇਰਡ, ਉਹ ਵੀ ਬੜਾ ਔਖਾ, ਕਹਿੰਦਾ ਨਹੀਂ ਪ੍ਰਾਹੁਣੇ ਦੀ ਗਲਤੀ ਆ ਫਲਾਨਾ। ਮੈਂ ਜਾ ਕੇ ਜਦੋਂ ਫਾਈਂਡ ਆਊਟ ਕੀਤਾ ਤਾਂ ਦੇਖਿਆ ਲੜਕੀ ਦੀ ਗਲਤੀ ਸੀਗੀ, ਫਾਈਂਡ ਆਊਟ ਕੀਤਾ ਉਹ ਲੜਕੀ ਵੱਸਦੀ ਆ, ਠੀਕ ਹੈ ਜੀ। ਇਹਨੇ ਸੰਸਕਾਰ ਹੁੰਦੇ ਆ ਗਾਂ ਮਾਪਿਆਂ ਨੇ ਕਿੱਦਾਂ ਲੜਕੀ ਨੂੰ ਦਿੱਤੇ ਆ, ਲੜਕੀਆਂ ਨੂੰ ਵੀ ਸਮਝਣਾ ਚਾਹੀਦਾ ਹੈ, ਤੇ ਜਿਹੜੇ ਗਾਂ ਦੇ ਸਹੁਰੇ ਆ ਉਹਨਾਂ ਨੂੰ ਵੀ ਇਹ ਚੀਜ਼ਾਂ ਸਮਝਣ ਦੀ ਲੋੜ। ਬਿਲਕੁਲ ਜੀ, ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਚਰਨਜੀਤ ਜੀ, ਤੁਸੀਂ ਕਾਲ ਕੀਤੀ ਹੈ, ਬਿਲਕੁਲ ਸਹੀ ਗੱਲ ਕੀਤੀ ਹੈ। ਵੇਖੋ ਅਸੀਂ ਗੱਲ ਹੀ ਇਹ ਕਰ ਰਹੇ ਹਾਂ ਕਿ ਹਰ ਇਨਸਾਨ ਨੂੰ ਜਿਵੇਂ ਦਾ ਉਹ ਹੈਗਾ ਉਹਨੂੰ ਉਹਦੇ ਨਾਲ ਡੀਲ ਕਰਕੇ ਉਹਦੇ ਬਾਰੇ ਤੁਸੀਂ ਉਹਦੀ ਆਇਡੈਂਟੀਫਿਕੇਸ਼ਨ ਕਰੋ, ਉਹਦੀ ਪਰਸਨੈਲਿਟੀ ਅਸੈਸ ਕਰੋ, ਨਾ ਕਿ ਤੁਸੀਂ ਸਿਰਫ ਇਸ ਕਰਕੇ ਕਿ ਕੋਈ ਨੋ ਹੈ ਜਾਂ ਸਿਰਫ ਇਸ ਕਰਕੇ ਕਿ ਕੋਈ ਇਹ ਔਰਤ ਹੈ ਜਾਂ ਇਹ ਲੜਕੀ ਹੈ। ਇਹ ਲੜਕੀ ਦੇ ਮਾਂ-ਬਾਪ ਵੀ ਕਰਦੇ ਨੇ, ਲੜਕਿਆਂ ਉੱਤੇ ਡਿਫਰੈਂਟ ਰੂਲ ਨੇ, ਲੜਕੀਆਂ ਉੱਤੇ ਡਿਫਰੈਂਟ ਰੂਲ ਨੇ। ਲੜਕਾ ਜੋ ਮਰਜ਼ੀ ਪਾ ਸਕਦਾ ਹੈ, ਉਹਦੀ ਫਰੀडम ਹੈ। ਲੜਕੀ ਜਿਹੜੀ ਹੈ ਉਹ ਘਰੋਂ ਬਾਹਰ ਜਾਣ ਵਾਸਤੇ ਉਹਦੇ ਲਈ ਫਰੀडम ਨਹੀਂ ਹੈ। ਲੜਕੇ ਦੇ ਲਾਗੇ ਕੋਈ ਅਗਰ ਔਰ ਲੜਕੀ ਖੜੀ ਹੈ ਗੱਲ ਕਰ ਰਹੀ ਹੈ, ਕੋਈ ਇਸ਼ੂ ਨਹੀਂ ਹੈ, ਮਗਰ ਲੜਕੀ ਜਿਹੜੀ ਆ ਉਹਦੇ ਲਾਗੇ ਕੋਈ ਲੜਕਾ ਖੜਾ ਹੋ ਕੇ ਅਗਰ ਗੱਲ ਕਰਨ ਲੱਗ ਪਿਆ ਤਾਂ ਸਾਰਾ ਸਮਾਜ ਜਿਹੜਾ ਆ ਉਹਦਾ ਜਲੂਸ ਕੱਢ ਦਿੰਦਾ। ਇਹ ਚੀਜ਼ਾਂ ਜਿਹੜੀਆਂ ਅਸੀਂ ਇਹਦੀ ਗੱਲ ਕਰ ਰਹੇ ਹਾਂ ਕਿਉਂਕਿ ਅਸੀਂ ਧਾਰਨਾਵਾਂ ਇਵੇਂ ਦੀਆਂ ਬਣਾਈਆਂ ਹੋਈਆਂ ਕਿ ਜੇ ਕੋਈ ਲੜਕੀ ਕਿਸੇ ਲੜਕੇ ਨਾਲ ਗੱਲ ਕਰ ਰਹੀ ਹੈ ਤਾਂ ਗਲਤ ਹੀ ਹੈ, ਠੀਕ ਹੈ। ਸੋ ਇਸ ਧਾਰਨਾ ਦੇ ਕਾਰਨ ਜਿਹੜੇ ਰਿਸ਼ਤੇ ਖਰਾਬ ਹੁੰਦੇ ਆ। ਅਸੀਂ ਅੱਜ ਦਾ ਪ੍ਰੋਗਰਾਮ ਜਿਹੜਾ ਆ ਉਹਦੀ ਗੱਲ ਕਰ ਰਹੇ ਹਾਂ। ਅਸੀਂ ਹੋਰ ਵੀ ਗੱਲ ਕਰ ਰਹੇ ਹਾਂ, ਜਿਵੇਂ ਹੁਣ ਅਸੀਂ ਗੱਲ ਕੀਤੀ ਹੈ ਕਿ ਸਾਲਾਂ ਦੇ ਸਾਲ ਲੋਕ ਜਿਹੜੇ ਆ, ਕਪਲ ਜਿਹੜੇ ਨੇ ਬੱਚੇ ਵਾਸਤੇ ਕੋਈ 1000 ਟਰੀਟਮੈਂਟ ਜਿਹੜੇ ਆ ਉਹ ਕਰਾਉਂਦੇ ਨੇ, ਫਿਰ ਵੀ ਕਈ ਵਾਰ ਉਹ ਕਾਮਯਾਬ ਨਹੀਂ ਹੁੰਦੇ, ਮਗਰ ਉਹ ਸਟ੍ਰੈਸ ਲੈਂਦੇ ਨੇ, ਉਹਨਾਂ ਦੀ ਆਪਣੀ ਨੋਰਮਲ ਜ਼ਿੰਦਗੀ ਜਿਹੜੀ ਆ ਖਰਾਬ ਹੋ ਜਾਂਦੀ ਹੈ। ਮਗਰ ਉਹ ਇਹ ਨਹੀਂ ਕਰਨਗੇ ਕਿ ਜੇ ਨਹੀਂ ਹੋ ਰਿਹਾ ਤਾਂ ਤੁਸੀਂ ਬੱਚਾ ਅਡਾਪਟ ਕਰ ਲਓ। ਉਹ ਬੱਚਾ ਅਡਾਪਟ ਕਰਕੇ ਉਹਦੀ ਜ਼ਿੰਦਗੀ ਜਿਹੜੀ ਆ ਬੈਟਰ ਕਰੋ। ਉਹਨੂੰ ਇੱਕ ਬੱਚੇ ਲਈ ਤੁਸੀਂ ਇੱਕ ਐਸਾ ਵਧੀਆ ਰੋਲ ਅਦਾ ਕਰੋਗੇ। ਔਰ ਸਾਡੇ ਇੱਥੇ ਜੇ ਅਸੀਂ ਸਮਾਜ ਦੀ ਗੱਲ ਕਰੀਏ, ਇੱਥੇ ਬੜੇ ਲੀਡਿੰਗ ਸਾਡੇ ਭਾਈਚਾਰੇ ਦੇ ਇੱਕ ਬੜੇ ਲੀਡਰ ਨੇ, ਬੜਾ ਉਹਨਾਂ ਦਾ ਨਾਂ ਆ। ਔਰ ਅੱਜ ਉਹਨਾਂ ਨੇ ਜਿਹੜਾ ਆਪਣਾ ਬੱਚਾ ਅਡਾਪਟ ਕੀਤਾ, ਇੱਕ ਹੀ ਬੱਚਾ ਹੈ ਜਿਹੜਾ ਅਡਾਪਟਡ ਹੈ, ਮਿਲੀਅਨਸ ਡਾਲਰ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਦਾ ਮਾਲਕ ਬਣਿਆ। ਇਹ ਸੋਚ ਜਿਹੜੀ ਹੈ ਇਹ ਸਾਡੇ 'ਚ ਆਉਣ ਦੀ ਲੋੜ ਹੈਗੀ ਆ ਕਿ ਸਾਨੂੰ ਕਈ ਵਾਰ ਆਪਣਾ ਇਹ ਸੋਚ ਕੇ ਜੀ ਇਹ ਸਾਡਾ ਆਪਣਾ ਬੱਚਾ ਨਹੀਂ, ਤੁਸੀਂ ਬੱਚਾ ਜਿਹੜਾ ਆ ਕੋਈ ਉਹਦੇ ਨਾਲ ਵੀ ਇਹ ਸੋਚ ਰੱਖਦੇ ਹੋ। ਇਹ ਸਾਡੀ ਸੋਚ ਹੈ, ਇਹ ਸਾਡੀ ਸਟੀਰੀਓਟਾਈਪ ਸੋਚ ਹੈ ਕਿ ਅਸੀਂ ਦੂਸਰੇ ਦਾ ਬੱਚਾ ਜਿਹੜਾ ਜੀ ਉਹਨੂੰ ਪਿਆਰ ਨਹੀਂ ਕਰ ਸਕਦੇ। ਅਸੀਂ ਇਹ ਸੋਚਦੇ ਹਾਂ ਕਿ ਆਪਣਾ ਬੱਚਾ, ਔਰ ਐਸੇ ਹਜ਼ਾਰਾਂ ਕੇਸ ਨੇ ਜਿੱਥੇ ਆਪਣੇ ਬੱਚੇ ਜਿਹੜੇ ਆ ਮਾਂ-ਬਾਪ ਦੀ ਇੱਜ਼ਤ ਨਹੀਂ ਕਰਦੇ, ਆਪਣੇ ਬੱਚੇ ਜਿਹੜੇ ਆ ਮਾਂ-ਬਾਪ ਦੀ ਕੇਅਰ ਨਹੀਂ ਕਰਦੇ। ਐਸੇ ਹਜ਼ਾਰਾਂ ਕੇਸ ਨੇ ਜਿੱਥੇ ਕਿ ਬੱਚੇ ਪੁੱਤ ਬਣ ਚੁੱਕੇ ਨੇ, ਮਗਰ ਫਿਰ ਵੀ ਅਸੀਂ ਆਪਣਾ ਬੱਚਾ ਜਿਹੜਾ ਆ ਉਹਦੇ ਪਿੱਛੇ ਡਾਲਰਾਂ ਦੇ ਡਾਲਰ ਖਰਚ ਦਿੰਦੇ ਆ ਜੇ ਸਾਨੂੰ ਕੁਦਰਤੀ ਤਰੀਕੇ ਦੇ ਨਾਲ ਨਹੀਂ ਹੋ ਰਿਹਾ। ਸਾਡੇ ਨਾਲ ਕਾਲਰ ਹੋਰ ਵੀ ਜੁੜ ਚੁੱਕੇ ਆ, ਅਸੀਂ ਉਹਨਾਂ ਦੀ ਜ਼ਰੂਰ ਕਾਲ ਲੈਂਦੇ ਆ। 4354 ਤੁਸੀਂ ਔਨ 에ਅਰ ਹੋ ਜੀ, ਰੇਡੀਓ ਜ਼ਿੰਦਾਬਾਦ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ ਰੁਪਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰੁਪਿੰਦਰ ਜੀ, ਹਾਂਜੀ ਮੈਂ ਤੁਹਾਡੇ ਇੱਕ ਵਿਚਾਰ ਤੁਹਾਡੇ ਜਾਣੇ ਚਾਹਣਾ, ਜਿਸ ਤਰ੍ਹਾਂ ਅਸੀਂ ਵੱਖਰੇ ਕੰਟਰੀਆਂ ਤੋਂ ਇੱਥੇ ਕੈਨੇਡਾ 'ਚ ਆਏ ਆ ਜੀ, ਵੱਖਰੇ ਧਰਮਾਂ ਨੂੰ ਅਸੀਂ ਬਿਲੋਂਗ ਕਰਦੇ ਆ। ਧਾਮੀ ਸਾਹਿਬ ਬੋਲ ਰਹੇ ਨੇ? ਹਾਂਜੀ ਧਾਮੀ ਜੀ। ਜਿੱਦਾਂ ਮੰਨ ਲਓ ਵੱਖਰੇ ਕੰਟਰੀਆਂ ਤੋਂ ਵੱਖਰੇ ਧਰਮਾਂ ਨੂੰ ਬਿਲੋਂਗ ਕਰਦੇ ਆ। ਅਸੀਂ ਕੈਨੇਡਾ 'ਚ ਆਏ, ਸਾਡੀ ਇਹ ਜਿੱਦਾਂ ਚੁਆਇਸ ਸੀਗੀ ਕਿ ਅਸੀਂ ਕੈਨੇਡਾ 'ਚ ਆਏ ਆ ਜੀ। ਇੱਥੇ ਆਣ ਕੇ ਮੈਂ ਤੁਹਾਡੇ ਇਹ ਵਿਚਾਰ ਪੁੱਛਣਾ ਚਾਹੁੰਦਾ ਕਿ ਜਿਸ ਤਰ੍ਹਾਂ ਪਬਲਿਕ ਪਲੇਸ ਤੇ ਅਸੀਂ ਜਾਂਦੇ ਆ, ਉੱਥੇ ਜਾ ਕੇ ਅਸੀਂ ਸ਼ੋ ਅਪ ਕਰਦੇ ਆ, ਅਸੀਂ ਜਿੱਦਾਂ ਐਨੀਵੇ ਅਸੀਂ ਯਕਦਮ ਪਛਾਣ ਹੋ ਜਾਂਦੇ ਆ ਕਿ ਆਹ ਬਈ ਇਸ ਧਰਮ ਦਾ ਬੰਦਾ ਪਰਸਨ ਆ ਜੀ। ਤਾਂ ਮੇਰਾ ਪਰਸਨਲ ਵਿਚਾਰ ਇਹ ਕਿ ਸਾਨੂੰ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਇਗਨੋਰ ਜਾਂ ਅਵੋਇਡ ਕਰਨਾ ਚਾਹੀਦਾ। ਤਾਂ ਐਵੇਂ ਮੇਰਾ ਜਿਹੜਾ ਵਿਚਾਰ ਹੈ ਕਿ ਆਪਣੀ ਜਿਹੜੀ ਅਸੀਂ ਆਇਡੈਂਟਿਟੀ ਦਿਖਾਉਂਦੇ ਹਾਂ, ਹਾਂ ਬਈ ਕਿ ਮੈਂ ਇਸ ਧਰਮ ਨੂੰ ਬਿਲੋਂਗ ਕਰ ਰਿਹਾ, ਕਿ ਅਸੀਂ ਦੂਰੋਂ ਪਛਾਣ ਹੋ ਜਾਂਦੇ ਹਾਂ ਜਾਂ 100 ਦੇ ਵਿੱਚੋਂ ਜਾਂ 1000 ਦੇ ਵਿੱਚੋਂ ਥੋੜਾ ਜਿਹਾ ਅਵੋਇਡ ਕਰੀਏ, ਅਸੀਂ ਮਿਕਸ ਅਪ ਹੋਈਏ ਇਸ ਕਲਚਰ ਦੇ ਵਿੱਚ, ਇਸ ਕਮਿਊਨਿਟੀਆਂ ਦੇ ਨਾਲ।
ਬਾਕੀ ਤੁਹਾਡੇ ਮੈਂ ਵਿਚਾਰ ਜਾਣਨਾ ਚਾਹੁੰਦਾ। ਹਾਂਜੀ ਤਾਮੀ ਜੀ, ਤੁਸੀਂ ਸਾਨੂੰ ਸਟ੍ਰਿਕਟ ਨਹੀਂ ਹੋਣਾ ਚਾਹੀਦਾ। ਹਾਂ ਬਈ ਮੇਰਾ ਧਰਮ ਆ, ਮੈਂ ਤਾਂ ਕੁਝ ਕਰਨਾ ਆ ਪਬਲਿਕ ਪਲੇਸ ਦੇ ਵਿੱਚ ਵੀ ਜਾ ਕੇ। ਚਲੋ ਠੀਕ ਆ, ਆਪਣੀ ਪ੍ਰਾਈਵੇਸੀ ਆਪਣੇ ਘਰਾਂ ਦੇ ਵਿੱਚ, ਆਪਣੇ ਧਾਰਮਿਕ ਸਥਾਨਾਂ ਤੇ ਅਸੀਂ ਠੀਕ ਆ, ਮਤਲਬ ਥੋੜਾ ਜਿਹਾ ਕਮਿਊਨਿਟੀ ਜਾ ਕੇ ਪਬਲਿਕ ਪਲੇਸ 'ਚ ਮੈਂ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਕਿ ਹਾਂ ਉੱਥੇ ਵੀ ਅਸੀਂ ਇਹੋ ਕੁਝ ਕਰ ਸਕਦੇ ਹਾਂ ਜਾਂ ਕਹਾਂ ਕਿ ਨਹੀਂ ਬਈ ਕਰਨਾ। ਜੀ ਵੇਖੋ ਤਾਮੀ ਜੀ, ਤੁਸੀਂ ਮੇਰੇ ਜਿਹੜੇ ਪਰਸਨਲ ਵਿਚਾਰ ਆ, ਮੈਂ ਚਾਹੁੰਦਾ ਕਿ ਸਾਨੂੰ ਥੋੜਾ ਅਵੋਇਡ ਕਰਨਾ ਚਾਹੀਦਾ, ਮਿਕਸ ਅਪ ਹੋਣਾ ਚਾਹੀਦਾ ਇਸ ਕਮਿਊਨਿਟੀਆਂ ਦੇ ਵਿੱਚ। ਹਾਂਜੀ ਮੈਂ ਤੁਹਾਡੇ ਸੁਣਦਾ ਜੀ। ਵੈਲਕਮ ਜੀ। ਤਾਮੀ ਜੀ, ਜਿਹੜੀ ਤੁਸੀਂ ਜਿਹੜੀ ਗੱਲ ਕੀਤੀ ਆ, ਵੇਖੋ ਉਹਨੂੰ ਕਿਹਾ ਜਾਂਦਾ ਹੈ ਇੰਟੈਗ੍ਰੇਸ਼ਨ, ਔਰ ਮੇਰਾ ਵਿਚਾਰ ਥੋੜਾ ਜਿਹਾ ਤੁਹਾਡੇ ਨਾਲ ਵੱਖਰਾ ਆ। ਤੁਸੀਂ ਕੋਈ ਵੀ ਵਸਤਰ ਪਾ ਕੇ, ਤੁਸੀਂ ਹਿਜਾਬ ਪਾ ਕੇ, ਤੁਸੀਂ ਹੁਣ ਦਸਤਾਰਬੰਦੀ ਹੈ, ਤੁਸੀਂ ਅੰਮ੍ਰਿਤਧਾਰੀ ਹੋ, ਤੁਸੀਂ ਦਾੜਾ ਖੁੱਲ੍ਹਾ ਛੱਡਿਆ ਹੈ, ਹੁਣ ਤੁਸੀਂ ਇੰਟੈਗਰੇਟ ਜੇ ਹੋਣਾ ਆ, ਉਹਦੇ ਵਾਸਤੇ ਸਾਨੂੰ ਬੋਲੀ ਜਿਹੜੀ ਆ ਸਿੱਖਣੀ ਚਾਹੀਦੀ ਹੈ। ਸਾਨੂੰ ਡੈਫੀਨੇਟਲੀ ਜੇ ਸਾਨੂੰ ਇੰਗਲਿਸ਼ ਲੈਂਗੁਏਜ ਸਿੱਖਣੀ ਚਾਹੀਦੀ ਹੈ। ਸਾਨੂੰ ਕੈਨੇਡਾ ਦੀਆਂ ਕਲਚਰ ਬਾਰੇ ਪਤਾ ਹੋਣਾ ਚਾਹੀਦਾ ਹੈ। ਸਾਨੂੰ ਕੈਨੇਡਾ ਦੀ ਹਿਸਟਰੀ ਬਾਰੇ ਪਤਾ ਹੋਣਾ ਚਾਹੀਦਾ। ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇੱਥੇ ਥੈਂਕਸ ਗਿਵਿੰਗ ਡੇ ਜਿਹੜੀ ਆ ਉਹਦੀ ਕੀ ਇੰਪੋਰਟੈਂਸ ਹੈ। ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕੈਨੇਡਾ ਡੇ ਜਿਹੜਾ ਉਹਦੀ ਕੀ ਇੰਪੋਰਟੈਂਸ ਹੈ, ਵਿਕਟੋਰੀਆ ਡੇ ਹੈ ਉਹਦੀ ਕੀ ਇੰਪੋਰਟੈਂਸ ਹੈ। ਸਾਨੂੰ ਇਹ ਚੀਜ਼ਾਂ ਜ਼ਿਆਦਾ ਜ਼ਰੂਰੀ ਨੇ। ਇੱਥੋਂ ਦੇ ਲਾਜ਼ ਕੀ ਨੇ ਉਹਦੀ ਇੱਜ਼ਤ ਕਰਨੀ ਜ਼ਿਆਦਾ ਜ਼ਰੂਰੀ ਹੈ। ਜੇ ਸਾਨੂੰ ਆਦਤ ਪਈ ਹੈ ਕਿ ਅਸੀਂ ਇੰਡੀਆ ਜਾਂ ਪਾਕਿਸਤਾਨ 'ਚ ਕਿਤੇ ਵੀ ਆਏ ਹਾਂ, ਅਸੀਂ ਉੱਥੇ ਖਾ ਕੇ ਕੇਲੇ ਦਾ ਛਿਲਕਾ ਜਿੱਥੇ ਮਰਜ਼ੀ ਸੁੱਟ ਦਿੰਦੇ ਹਾਂ, ਇੱਥੇ ਵੀ ਅਗਰ ਅਸੀਂ ਸੁੱਟਦੇ ਹਾਂ ਤਾਂ ਉਹ ਸਾਡੇ ਲਈ ਮਾੜਾ ਹੈ। ਮਗਰ ਇਹ ਇੰਟੈਗਰੇਸ਼ਨ ਨਹੀਂ ਹੁੰਦੀ ਕਿ ਜੇ ਤੁਸੀਂ ਇਹ ਸੋਚੋ ਕਿ ਬਈ ਕੋਈ ਬੰਦਾ ਅਗਰ ਕੁੜਤਾ ਪਜਾਮਾ ਪਾ ਕੇ ਕੈਨੇਡਾ ਦੇ ਵਿੱਚ ਚੱਲ ਰਿਹਾ ਹੈ ਤਾਂ ਉਹ ਇੰਟੈਗਰੇਟ ਨਹੀਂ ਹੋ ਰਿਹਾ। ਉਹਨੂੰ ਇਹ ਨਹੀਂ ਕਰਨਾ ਚਾਹੀਦਾ। ਹੁਣ ਤੁਸੀਂ ਦਸਤਾਰ ਬੰਨੀ ਹੈ, ਕੋਈ ਦਾੜਾ ਖੁੱਲ੍ਹਾ ਕਿਸੇ ਨੇ ਛੱਡਿਆ, ਉਹਨੂੰ ਕਲੀਨ ਸ਼ੇਵ ਹੋਣ ਦੀ ਲੋੜ ਨਹੀਂ ਹੈ ਕਿ ਉਹਨੇ ਕੈਨੇਡੀਅਨ ਸੋਸਾਇਟੀ ਵਿੱਚ ਇੰਟੈਗਰੇਟ ਹੋਣਾ ਆ। ਉਹਨੂੰ ਇਹ ਜ਼ਰੂਰੀ ਨਹੀਂ ਹੈ ਕਿ ਉਹਨੇ ਸਿਗਰਟ ਪੀ ਕੇ ਹੀ ਲੋਕਾਂ ਦੇ ਨਾਲ ਇੰਟੈਗਰੇਟ ਹੋਣਾ ਆ। ਉਹਨੂੰ ਬੀਫ ਖਾਣਾ ਹੀ ਪਏਗਾ ਤਦ ਹੀ ਉਹ ਇੰਟੈਗਰੇਟ ਹੋਏਗਾ। ਹਾਂ, ਤੁਸੀਂ ਕਿਸੇ ਵੀ ਜਿਹੜੇ ਚੀਜ਼ ਦੇ ਨਾਲ ਤੁਹਾਨੂੰ ਜੇ ਇੱਥੋਂ ਦੀ ਲੈਕਰੋਸ ਇੱਥੋਂ ਦਾ ਨੈਸ਼ਨਲ ਸਪੋਰਟ ਹੈ, ਇੱਥੇ ਕੈਨੇਡੀਅਨ ਹਾਕੀ ਜਿਹੜੀ ਹੈ, ਆਈਸ ਹਾਕੀ ਹੈ, ਉਹਦੇ ਬਾਰੇ ਤੁਹਾਨੂੰ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਹੈ। ਤੁਸੀਂ ਕੈਨੇਡੀਅਨ ਚੀਜ਼ਾਂ ਬਾਰੇ ਜਾਣਕਾਰੀ ਰੱਖੋ। ਇੱਥੋਂ ਦੇ ਨੈਸ਼ਨਲ ਬਰਡਸ ਕੀ ਨੇ, ਇੱਥੇ ਦੀ ਕਲਚਰ ਕੀ ਹੈ, ਸਾਰੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਮਗਰ ਇਹ ਕਿਤੇ ਵੀ ਇਹ ਨਹੀਂ ਲਿਖਿਆ ਕਿ ਅਸੀਂ ਸੂਟ ਪਾ ਕੇ ਜਾਂ ਸਲਵਾਰ ਕੁੜਤਾ ਪਾ ਕੇ ਜਾਂ ਕੋਈ ਚੁੰਨੀ ਲੈ ਕੇ, ਕੋਈ ਹਿਜਾਬ ਪਾ ਕੇ ਉਹ ਬਾਹਰ ਨਹੀਂ ਫਿਰ ਸਕਦਾ। ਸਾਨੂੰ ਆਪਣਾ ਧਰਮ, ਆਪਣੀ ਪਛਾਣ ਛੱਡਣ ਦੀ ਲੋੜ ਨਹੀਂ ਹੈ। ਅਸੀਂ ਇਹੀ ਖੂਬੀ ਹੈ ਮਲਟੀਕਲਚਰਲਿਜ਼ਮ ਜਿਹੜਾ ਕੈਨੇਡਾ ਦਾ ਆਇਆ, ਉਹਦੀ ਖੂਬੀ ਇਹ ਹੈ ਕਿ ਇੱਥੇ ਤੁਹਾਨੂੰ ਭਾਂਤ ਦੇ ਵੇਸ਼ਭੂਸ਼ਾ, ਭਾਂਤ ਦੇ ਖਾਣੇ, ਭਾਂਤ ਦੇ ਧਰਮ ਇੱਥੇ ਜਿਹੜਾ ਆ ਇੱਥੇ ਮਿਲਦੇ ਨੇ। ਔਰ ਇਹ ਕੰਟਰੀ, ਇਹਦਾ ਲਾਅ, ਇਹਦੀ ਕੌਨਸਟੀਟਿਊਸ਼ਨ ਸਾਨੂੰ ਖੁੱਲ੍ਹੀ ਛੁੱਟੀ ਦਿੰਦੀ ਹੈ ਕਿ ਜੇ ਮੈਂ ਸਿੱਖ ਹਾਂ ਅਤੇ ਮੈਂ ਆਪਣੇ ਧਰਮ ਦੇ ਹਿਸਾਬ ਦੇ ਨਾਲ ਆਪਣਾ ਆਪ ਕੈਰੀ ਕਰ ਸਕਾਂ। ਮੈਂ ਅਗਰ ਧਰਮ ਮੈਨੂੰ ਦਾੜੀ ਖੁੱਲ੍ਹੀ ਰੱਖਣੀ ਹੈ ਜਾਂ ਮੈਂ ਕੋਈ ਆਪਣਾ ਕਿਸੇ ਵੀ ਤਰ੍ਹਾਂ ਦਾ ਜੋ ਮੈਂ ਡਰੈਸ ਪਾਉਣੀ ਹੈ ਮੈਂ ਪਾ ਸਕਦਾ ਹਾਂ। ਤੁਸੀਂ ਆਫਿਸ ਜਾ ਰਹੇ ਹੋ, ਕੋਈ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਹੈ ਉੱਥੇ ਜਾ ਕੇ ਤੁਸੀਂ ਕਹੋ ਮੈਂ ਕੁੜਤੇ ਪਜਾਮੇ 'ਚ ਆਫਿਸ ਆਉਣਾ ਹੈ, ਉਹ ਕੋਈ ਵੀ ਨਹੀਂ ਕਰਦਾ, ਉਹ ਗਲਤ ਹੈ। ਮਗਰ ਜੇ ਤੁਸੀਂ ਪਬਲਿਕ ਪਲੇਸ 'ਚੋਂ ਤੁਸੀਂ ਬੱਸ ਜਾ ਰਹੇ ਹੋ, ਤੁਸੀਂ ਵਾਕ ਕਰ ਰਹੇ ਹੋ, ਤੁਸੀਂ ਕੁਝ ਵੀ ਕਰ ਰਹੇ ਹੋ ਅਤੇ ਤੁਹਾਨੂੰ ਇੱਥੇ ਕੋਟ ਪੈਂਟ ਪਾ ਕੇ ਵਾਕ ਕਰਨ ਦੀ ਲੋੜ ਨਹੀਂ ਹੈ। ਜਾਂ ਤੁਸੀਂ ਕੈਨੇਡੀਅਨ ਬਣਨਾ ਇਜ਼ ਨਾਟ ਕਲੀਨ ਸ਼ੇਵਨ, ਕੈਨੇਡੀਅਨ ਬਣਨਾ ਇਜ਼ ਨਾਟ ਪੈਂਟ ਸੂਟ, ਕੈਨੇਡੀਅਨ ਬਣਨਾ ਇਜ਼ ਨਾਟ ਵੇਅਰ ਕਿ ਬਈ ਤੁਸੀਂ ਬੀਫ ਖਾਣਾ ਹੈ, ਕੈਨੇਡੀਅਨ ਬਣਨਾ ਇਜ਼ ਨਾਟ ਦੈਟ ਤੁਸੀਂ ਡਰਿੰਕ ਕਰਨੀ ਹੈ। ਸੋ ਇੰਟੈਗਰੇਸ਼ਨ ਜਿਹੜੀ ਹੈ ਉਹ ਤੁਹਾਡੀ ਲੈਂਗੁਏਜ ਦੀ ਹੈ। ਇੰਟੈਗਰੇਸ਼ਨ ਇਹ ਹੈ ਕਿ ਤੁਸੀਂ ਜੇ ਕੈਨੇਡੀਅਨ ਬੰਦਾ ਹੈ, ਕੋਈ ਗੋਰਾ ਹੈ, ਕੋਈ ਕਾਲਾ ਹੈ, ਤੁਸੀਂ ਇਸ ਕਰਕੇ ਪਛਾਣ ਨਾ ਹਟ ਜਾਓ ਕਿ ਤੁਸੀਂ ਜੀ ਉਹਦੇ ਨਾਲ ਗੱਲ ਨਹੀਂ ਕਰਨੀ। ਤੁਸੀਂ ਉਹਦੇ ਨਾਲ ਗਾਂਹ ਹੋ ਕੇ ਗੱਲ ਕਰੋ, ਤੁਸੀਂ ਆਪਣਾ ਫੂਡ ਸ਼ੇਅਰ ਕਰੋ। ਤੁਸੀਂ ਉਹਨਾਂ ਦਾ ਜ਼ਰੂਰੀ ਨਹੀਂ ਵੀ ਧਰਮ ਛੱਡ ਕੇ ਤੁਸੀਂ ਉਹਨਾਂ ਦਾ ਬੀਫ ਖਾਣਾ ਤਦ ਹੀ ਤੁਸੀਂ ਇੰਟੈਗਰੇਟ ਹੋਗੇ। ਜਦ ਤੁਸੀਂ ਉਹਨਾਂ ਨੂੰ ਆਪਣਾ ਪਨੀਰ ਖਵਾ ਕੇ ਹੀ ਉਹਨਾਂ ਨਾਲ ਇੰਟੈਗਰੇਟ ਹੋਣਾ, ਤੁਸੀਂ ਗੱਲਾਂ ਬਾਤਾਂ ਨਾਲ ਇੰਟੈਗਰੇਟ ਹੋ ਸਕਦੇ ਹੋ। ਤੁਸੀਂ ਉਹਨਾਂ ਦੇ ਰਿਲੀਜਨ ਬਾਰੇ ਤੁਸੀਂ ਕਮੈਂਟ ਜਦੋਂ ਆਪਾਂ ਦੇ ਦਿੰਦੇ ਹਾਂ, ਕਈ ਵਾਰ ਅਸੀਂ ਇਹ ਕਮੈਂਟ ਦੇ ਦਿੰਦੇ ਹਾਂ ਇਹ ਮੁਸਲਮਾਨ ਹੈ, ਓਕੇ, ਉਹ ਮਾੜਾ। ਅਸੀਂ ਕੀ ਯਾਰ ਕਮੈਂਟ ਦੇ ਦਿੰਦੇ ਹਾਂ ਇਹ ਕ੍ਰਿਸਚਨ ਹੈ, ਇਹ ਕਾਲਾ ਆ, ਉਹ ਮਾੜਾ। ਉਹ ਇੰਟੈਗਰੇਸ਼ਨ ਜਿਹੜੀ ਆ ਸਟੀਰੀਓਟਾਈਪ ਸੋਚ ਹੈ, ਇਹਦੇ ਕਰਕੇ ਸਾਨੂੰ ਨੁਕਸਾਨ ਹੁੰਦਾ। ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਕਿਉਂਕਿ ਮੈਂ ਸਮਝਦਾ ਤੁਸੀਂ ਗੱਲ ਕੀਤੀ ਹੈ ਕਿ ਕਿਉਂਕਿ ਲੰਡਨ ਇੰਟੈਰੀਓ ਦੇ ਵਿੱਚ ਜਿਨ੍ਹਾਂ ਦੇ ਉੱਥੇ ਫਾਇਰ ਹੋਇਆ, ਉਹਨਾਂ ਮਾਰੇ ਗਏ ਨੇ, ਇੱਕ ਫੈਮਿਲੀ ਜਿਹੜੀ ਆ ਉੱਥੇ ਮਾਰੀ ਗਈ ਹੈ। ਉਹ ਆਪਣੇ ਜਿਹੜੀ ਉਹਨਾਂ ਦੀ ਕਲਚਰਲ ਡਰੈਸ ਹੈ, ਉਹ ਆਪਣੇ ਸਲਵਾਰ ਕੁੜਤੇ ਪਾ ਕੇ ਵਾਕ ਕਰ ਰਹੇ ਨੇ, ਸਿਰ 'ਤੇ ਚੁੰਨੀ ਲੈ ਕੇ ਵਾਕ ਕਰ ਰਹੇ ਨੇ, ਉਹ ਗੁਨਾਹ ਨਹੀਂ ਹੈ, ਉਹਨਾਂ ਦਾ ਹੱਕ ਹੈ। ਕੈਨੇਡੀਅਨ ਲਾਅ, ਕੈਨੇਡੀਅਨ ਕੌਨਸਟੀਟਿਊਸ਼ਨ ਜਿਹੜੀ ਹੈ ਉਹ ਉਹਨਾਂ ਨੂੰ ਇਹ ਰਾਈਟ ਦਿੰਦੀ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਤੁਸੀਂ ਕੁੜਤਾ ਪਜਾਮਾ ਪਾ ਕੇ ਵਾਕ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਕਰੋ। ਇਹਦਾ ਮਤਲਬ ਇਹ ਨਹੀਂ
ਕਿ ਕੋਈ ਵੀ ਉੱਠ ਕੇ ਤੁਹਾਨੂੰ ਗੱਡੀ ਥੱਲੇ ਦੇ ਦੇਗਾ, ਤੁਹਾਨੂੰ ਗੋਲੀ ਮਾਰ ਦੇਗਾ ਕਿਉਂਕਿ ਤੁਸੀਂ ਕੁੜਤਾ ਪਜਾਮਾ ਪਾਇਆ। ਇਹੀ ਸਾਨੂੰ ਐਜੂਕੇਟ ਕਰਨ ਦੀ ਲੋੜ ਹੈ, ਇਹੀ ਸਾਨੂੰ ਦੱਸਣ ਦੀ ਲੋੜ ਹੈ ਕਿ ਅਸੀਂ ਆਪਣੇ ਰੇਸ ਦੇ ਹਿਸਾਬ ਨਾਲ, ਆਪਣੇ ਕਲਚਰ ਦੇ ਹਿਸਾਬ ਨਾਲ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ। ਹਾਂ, ਡੈਫੀਨੇਟਲੀ ਮੈਂ ਅਗਰ ਸਿੱਖ ਹਾਂ, ਮੇਰਾ ਦਿਲ ਕਰਦਾ ਕਿ ਮੈਂ ਸ਼ਬਦ ਕੀਰਤਨ ਸੁਣਨਾ, ਇਹਦਾ ਮਤਲਬ ਇਹ ਨਹੀਂ ਵੀ ਮੈਂ ਸਪੀਕਰ ਲਾ ਕੇ ਬੈਕਯਾਰਡ ਦੇ ਵਿੱਚ ਤੇ ਮੇਰਾ ਪੜੋਸੀ ਜਿਹੜਾ ਆ ਉਹ ਹੋ ਸਕਦਾ ਦੂਸਰੇ ਧਰਮ ਦਾ ਹੋਵੇ ਤੇ ਮੈਂ ਉਹਨੂੰ ਉੱਚੀ ਉੱਚੀ ਜਿਹੜਾ ਰੌਲਾ ਪਾ ਕੇ ਜਾਂ ਸਪੀਕਰ ਦੀ ਵੋਲਿਊਮ ਵਧਾ ਕੇ ਉਹਨੂੰ ਵੀ ਸ਼ਬਦ ਕੀਰਤਨ ਸੁਣਾਉਣਾ, ਉਹ ਗਲਤ ਹੈ। ਇਸੇ ਕਰਕੇ ਨੋਇਜ਼ ਪੋਲੂਸ਼ਨ ਦੇ ਲਾਜ਼ ਬਣੇ ਨੇ। ਮੈਂ ਆਪਣੇ ਘਰ ਦੇ ਵਿੱਚ ਜੋ ਮਰਜ਼ੀ ਸੁਣ ਸਕਦਾ, ਮੈਂ ਆਪਣੇ ਘਰ ਦੇ ਵਿੱਚ ਜੋ ਮਰਜ਼ੀ ਪ੍ਰੈਕਟਿਸ ਕਰ ਸਕਦਾ। ਹਾਂ, ਮੈਂ ਹੁਣ ਸੜਕ 'ਤੇ ਬਹਿ ਕੇ ਅਗਰ ਮੈਂ ਯੱਗ ਕਰਨਾ ਸ਼ੁਰੂ ਕਰੂੰਗਾ, ਹਵਨ ਕਰਨ ਲੱਗ ਪਊਂਗਾ, ਉਹ ਗਲਤ ਹੈ। ਉਹ ਕੈਨੇਡੀਅਨ ਲਾਅ ਜਿਹੜਾ ਤੁਹਾਨੂੰ ਅਲਾਓ ਵੀ ਨਹੀਂ ਕਰਦਾ। ਸੋ ਸਾਨੂੰ ਇਹ ਜ਼ਰੂਰ ਸਮਝਣ ਦੀ ਲੋੜ ਹੈ, ਸਾਨੂੰ ਕਦੀ ਵੀ ਨਹੀਂ ਇਹ ਸੋਚਣਾ ਚਾਹੀਦਾ ਕਿ ਜੋ ਚੀਜ਼ ਲੰਡਨ ਅੰਟੈਰੀਓ ਦੇ ਵਿੱਚ ਹੋਈ ਹੈ ਉਹ ਨਹੀਂ ਹੁੰਦੀ ਅਗਰ ਉਹ ਕੋਟ ਪੈਂਟ ਪਾ ਕੇ ਚੱਲ ਰਹੇ ਹੁੰਦੇ, ਅਗਰ ਉਹ ਕੈਨੇਡੀਅਨ ਬਣ ਕੇ ਚੱਲ ਰਹੇ ਹੁੰਦੇ। ਅਸੀਂ ਸਾਰੇ ਹੀ ਕੈਨੇਡੀਅਨ ਹੈ, ਅਸੀਂ ਕੱਪੜੇ ਜਿਹੜੇ ਮਰਜ਼ੀ ਪਾਈਏ। ਇਹੀ ਖੂਬੀ ਹੈ ਕੈਨੇਡਾ ਦੀ, ਖੂਬੀ ਹੀ ਇਹ ਹੈ ਕਿ ਇੱਥੇ ਤੁਸੀਂ ਹਰ ਧਰਮ ਨੂੰ ਫੋਲੋ ਕਰ ਸਕਦੇ ਹੋ, ਹਰ ਧਰਮ ਨੂੰ ਆਪਣੇ ਹਿਸਾਬ ਨਾਲ ਤੁਸੀਂ ਕਲਚਰਲ ਕੱਪੜੇ ਪਾ ਸਕਦੇ ਹੋ, ਆਪਣੀ ਕਲਚਰ ਨੂੰ ਅਡਾਪਟ ਕਰ ਸਕਦੇ ਹੋ ਕੈਨੇਡੀਅਨ ਰਹਿ ਕੇ। ਕੈਨੇਡੀਅਨ ਹੋਣਾ ਕੈਨੇਡਾ ਦੇ ਲਾਅ ਦੀ ਇੱਜ਼ਤ ਕਰਨਾ ਹੈ, ਕੈਨੇਡਾ ਦੀ ਧਰਤੀ ਦੀ ਇੱਜ਼ਤ ਕਰਨਾ ਹੈ, ਇੱਥੇ ਬਿਹੇਵ ਉਵੇਂ ਕਰਨਾ ਹੈ, ਚਾਹੇ ਤੁਸੀਂ ਗੱਡੀ ਚਲਾ ਰਹੇ ਹੋ, ਚਾਹੇ ਤੁਸੀਂ ਖਾਣਾ ਖਾ ਰਹੇ ਹੋ, ਚਾਹੇ ਤੁਸੀਂ ਘਰ ਦੇ ਵਿੱਚ ਹੋ, ਚਾਹੇ ਤੁਸੀਂ ਸਮਾਜ ਦੇ ਵਿੱਚ ਹੋ, ਹਰ ਥਾਂ 'ਤੇ ਤੁਸੀਂ ਇੱਕ ਕੈਨੇਡੀਅਨ ਲਾਅ ਤੁਹਾਨੂੰ ਕੀ ਕਹਿੰਦਾ ਆ, ਕੈਨੇਡੀਅਨ ਸੁਸਾਇਟੀ ਕੀ ਕਹਿੰਦੀ ਆ, ਉਵੇਂ ਕਰੋ। ਹਾਂ, ਤੁਸੀਂ ਜਾ ਕੇ ਸਟੋਰਾਂ 'ਚ ਗੰਦ ਪਾ ਰਹੇ ਹੋ, ਤੁਸੀਂ ਚੀਜ਼ਾਂ ਛਿਲਕੇ ਕੇਲੇ ਬਾਹਰ ਸੁੱਟ ਰਹੇ ਹੋ, ਤੁਸੀਂ ਟਿਮ ਹਾਰਟਨ ਦਾ ਡਰਿੰਕ ਕਾਫੀ ਪੀ ਕੇ ਡੱਬਾ ਬਾਹਰ ਸੁੱਟਤਾ, ਉਹ ਗਲਤ ਹੈ, ਉਹ ਮਾੜੀ ਗੱਲ ਹੈ, ਉਹ ਹਰੇਕ ਲਈ ਮਾੜੀ ਗੱਲ ਹੈ। ਡਜ਼ਨਟ ਮੈਟਰ ਉਹ ਕਿੱਥੋਂ ਆਇਆ, ਕਿਹੜੇ ਧਰਮ ਤੋਂ ਆਇਆ। ਇਹ ਗੱਲ ਜਿਹੜੀ ਆ ਅਸੀਂ ਕੰਟੀਨਿਊ ਕਰਾਂਗੇ। ਇੱਕ ਹੋਰ ਵੀ ਕਾਲ ਜ਼ਰੂਰ ਤੁਹਾਡੀਆਂ ਲਵਾਂਗੇ। ਸਟੂਡੀਓ ਦਾ ਨੰਬਰ ਹੈਗਾ 416 620 1778 4166201778 ਔਰ ਗੱਲ ਜਿਹੜੀ ਹੈ ਇਸੇ ਤਰ੍ਹਾਂ ਜਾਰੀ ਰਹੇਗੀ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਤੋਂ ਬਾਅਦ। तेरे नालों चली हसीन कोई ना, तारे चन्ने अंबर जमीन कोई ना। मैं जदों तेरे मोढे उत्ते सिर रखिया, ए तो सच्ची समा भी हसीन कोई ना। सोहणियां भी लगण गियां फे बालियां, गल्लां नाल जदों टकराइयां वालियां। तारे देखी लब लब किवें हरदे, तू वाला च लकोइयां जदों रातां कालियां। मैं सब कुछ हार तेरे उत्तों दूंगा, सब कुछ वार तेरे उत्तों दूंगा। आखिर च जान तेनू दूं अपनी, छला तेनू भावें पहली वार दूंगा। हाँ, मैं छेती छेती लावां तेरे नाल लैनियां, समय दा तां पूरा भी यकीन कोई ना। तेरे नालों चलिए हसीन कोई ना, तारे चन्ने अंबर जमीन कोई ना। तेरे नालों चलिए हसीन कोई ना, तारे चन्ने अंबर जमीन कोई ना। मैं जदों तेरे मोढे उत्ते सिर रखिया, ए तो सच्ची समा भी हसीन कोई ना। यार मेरा तू ही है सहारा जड़िए, मैं पानी तेरा मेरा तू किनारा जड़िए। 6599 ਤੁਹਾਡੀ ਕਾਲ ਆਨ 에ਅਰ ਹੈ ਜੀ ਰੇਡੀਓ ਜ਼ਿੰਦਾਬਾਦ ਤੇ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ ਕਰਨਲ ਸਾਹਿਬ ਸਤਿ ਸ੍ਰੀ ਅਕਾਲ ਜੀ। ਤੁਸੀਂ ਪਹਿਲਾਂ ਟਾਪਕ ਜਦੋਂ ਸ਼ੁਰੂ ਕੀਤਾ ਸੀ, ਮੁੜ ਕੇ ਜਿਹੜਾ ਹੁਣ ਤੁਸੀਂ ਜੋ ਕੁਝ ਕਹਿ ਗਏ ਤੇ ਬਹੁਤ ਬਾਸਟ ਹੋ ਗਿਆ ਫੀਲਡ ਇੰਨਾ, ਤੇ ਜਿਹੜੇ ਆਮ ਬੰਦੇ ਆ ਉਹ ਨਹੀਂ ਇੰਨਾ ਕੁਛ ਸੋਚਦੇ ਸਾਜਦੇ ਇੱਥੇ। ਤੇ ਮਤਲਬ ਤੁਸੀਂ ਕਿਤੇ ਮੈਂ ਤਾਂ ਬੜਾ ਨੋਟ ਕੀਤਾ ਹੋਇਆ ਵੀ ਜਦੋਂ ਆਪਣੇ ਬੰਦੇ ਹੁਣ ਤੇ ਕਈ ਓਪਨ ਹੋ ਗਏ ਨਾ ਸਟੋਰ, ਮਾਲ ਦੇ ਵਿੱਚ ਮਾਲ ਜਦੋਂ ਐਂਟਰ ਕਰਦੇ ਉਹ ਇਹਦੇ ਪਿੱਛੇ ਕੋਈ ਆ ਰਿਹਾ ਭਾਵੇਂ ਠਾਹ ਕਰਦਾ ਅਗਲੇ ਦੇ ਸਿਰ 'ਚ ਵੱਜੇ ਡੋਰ। ਉਹਨਾਂ ਨੇ ਨਹੀਂ ਹੋਲਡ ਕਰਨਾ ਕਦੇ ਵੀ, ਤੇ ਜੇ ਕੋਈ ਕਿਸੇ ਨੇ ਹੋਲਡ ਕੀਤਾ ਤਾਂ ਉਹਨਾਂ ਨੇ ਕਦੇ ਥੈਂਕਸ ਨਹੀਂ ਕਹਿਣਾ। ਇਹ ਆਪਣੀ ਕਮਿਊਨਿਟੀ 'ਚ ਮੈਂ ਜੇ ਗਲਤ ਨਹੀਂ ਹੋਵਾਂਗਾ 99% ਇੱਦਾਂ ਕਰਦੇ ਆ। ਤੁਸੀਂ ਗੱਲ ਜਿਹੜੀ ਕੀਤੀ ਹੈ, ਤੁਹਾਡਾ ਨਾਂ ਨਹੀਂ ਮੇਰੇ ਕੋਲ ਆਇਆ ਜੀ। ਤੁਸੀਂ ਮੇਰਾ ਨਾਮ ਬਲਵਿੰਦਰ ਰਿਆੜ ਹੈ ਜੀ, ਮੈਂ ਬਾਗੀ ਹੁੰਦਲ ਦਾ ਬ੍ਰਦਰ ਨੂੰ ਲਾਇਆ। ਹਾਂਜੀ 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 ਰਿਆੜ ਸਾਹਿਬ ਕੀ ਹਾਲ ਹੈ? ਮੈਂ ਮਿਲੇ ਵੀ ਹੋਏ ਆਪਾਂ ਉੱਥੇ ਜਲੰਧਰ, ਇੱਥੇ ਆ ਗਏ ਜੀ ਆਪਾਂ ਮਿਲੇ। ਹਾਂਜੀ ਹਾਂਜੀ ਨਹੀਂ ਬਹੁਤ ਜੀ ਆਇਆਂ ਤੁਹਾਡਾ, ਤੁਸੀਂ ਕਾਲ ਕੀਤੀ ਹੈ। ਗੱਲ ਤੁਸੀਂ ਬਿਲਕੁਲ ਸਹੀ ਕੀਤੀ ਹੈ। ਵੇਖੋ ਮੈਂ
ਇਹੀ ਚੀਜ਼ ਦੀ ਗੱਲ ਅਸੀਂ ਕਰ ਰਹੇ ਹਾਂ ਕਿ ਇਹ ਸਾਡੀ ਜਿਹੜੀ ਸੋਚ ਹੈ ਇਸੇ ਤਰੀਕੇ ਦੇ ਨਾਲ ਸਟੀਰੀਓਟਾਈਪ ਸੋਚ ਬਣ ਜਾਂਦੀ ਹੈ। ਜਦੋਂ ਸਾਡੇ ਵੱਲ ਕੋਈ ਵੀ ਵੇਖਦਾ ਹੈ ਕੈਨੇਡੀਅਨ, ਉਹਨੂੰ ਲੱਗਦਾ ਹੈ ਕਿ ਸ਼ਾਇਦ ਅਸੀਂ ਗਾਂਧੀ ਪਾਉਂਦੇ ਹਾਂ, ਉਹਨੂੰ ਲੱਗਦਾ ਕਿ ਸ਼ਾਇਦ ਅਸੀਂ ਬਦਤਮੀਜ਼ ਹੀ ਹਾਂ। ਵੇਅਰਐਜ਼ ਤੁਸੀਂ ਵੀ ਵੇਖਿਆ ਹੋਏਗਾ, ਤੁਸੀਂ ਜੇ ਵੇਖੋ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਖੁਦ ਵੀ ਕਰਦੇ ਹੋ। ਮੈਂ ਡੈਫੀਨਿਟਲੀ ਜਿਹੜਾ ਆ ਇਵੇਂ ਹੀ ਕਰਦਾ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਜੇ ਕੋਈ ਆ ਰਿਹਾ ਤੁਸੀਂ ਉਹਦੀ ਡੋਰ ਖੋਲ੍ਹੋ, ਜੇ ਕਿਸੇ ਨੇ ਖੋਲ੍ਹਿਆ ਉਹਨੂੰ ਥੈਂਕ ਯੂ ਕਰੋ। ਅਤੇ ਮਗਰ ਇਹਨੂੰ ਕੈਨੇਡੀਅਨ ਕਹਿੰਦੇ ਆ। ਜਿਵੇਂ ਗੱਲ ਕਾਲਰ ਸਾਡੇ ਨੇ ਗੱਲ ਕੀਤੀ ਸੀਗੀ, ਤੁਸੀਂ ਆਪਣੇ ਹੋਰ ਵਿਚਾਰ ਦੱਸੋ ਇਹਦੇ ਬਾਰੇ ਵੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ। ਇੱਕ ਤੁਹਾਨੂੰ ਹੋਰ ਆਪਣੀ ਲਾਈਫ ਦੀ ਗੱਲ ਦੱਸਦਾ। ਮੇਰੇ ਖਿਆਲ 25 ਸਾਲ ਪੁਰਾਣੀ ਹੈ। ਦਿੱਲੀ ਗੁਰਦੁਆਰੇ ਅਸੀਂ ਉਦੋਂ ਛੋਟੇ ਬੱਚਿਆਂ ਨੂੰ ਲੈ ਕੇ ਜਾਂਦੇ ਹੁੰਦੇ ਪੰਜਾਬੀ ਕਲਾਸ 'ਚ ਜੀ। ਤੇ ਉਹ ਚਲੋ ਵੀਕਡੇ 'ਚ ਨਾ ਇੰਨਾ ਉੱਥੇ ਨਹੀਂ ਹੁੰਦਾ ਸੀ। ਤੇ ਮੁੰਡਾ ਇੱਕ ਆਇਆ, ਉਹਨੇ ਕੀ ਕੀਤਾ, ਜਿਹੜੀ ਪਾਰਕਿੰਗ ਦੀ ਮਾਰਕਿੰਗ ਕੀਤੀ ਹੁੰਦੀ ਹੈ ਉਹਨੇ ਉਹ ਮਾਰਕਿੰਗ ਸੈਂਟਰ 'ਚ ਰੱਖ ਕੇ ਤੇ ਦੋਵਾਂ ਪਾਰਕਿੰਗ 'ਚ ਕਾਰ ਖੜੀ ਕਰਤੀ ਜੀ। ਤੇ ਮੈਂ ਵੀ ਆਪਣੀ ਕਾਰ 'ਚੋਂ ਨਿਕਲਿਆ ਸੀ। ਮੈਂ ਉਹਨੂੰ ਸਹਿਜ ਹੋਇਆ ਕਰਤਾ, ਮੈਂ ਕਿਹਾ ਕੀ ਕੀਤਾ ਤੂੰ? ਉਹ ਮੈਨੂੰ ਕਹਿੰਦਾ ਇਹ ਤੇਰੇ ਪਿਓ ਦੀ ਇਹ ਪਾਰਕਿੰਗ। ਇਹ ਬਿਲਕੁਲ ਹੀ ਐਕਸਪੀਰੀਅੰਸ ਅਸੀਂ ਜ਼ਰੂਰ ਕਰਦੇ ਹਾਂ। ਜਿਹਨਾਂ ਮੈਨੂੰ ਵੀ ਪਤਾ ਹੈ ਕਿ ਬਈ ਮੈਂ ਕਿਸੇ ਨੂੰ ਫੋਲੋ ਕੀਤਾ ਸੀਗਾ ਜਿਹਨੇ ਕੇਲੇ ਦਾ ਛਿਲਕਾ ਜਿਹੜਾ ਸੀਗਾ ਸੁੱਟਿਆ ਸੀਗਾ ਸੜਕ 'ਤੇ। ਮੈਂ ਉਹਦੇ ਪਿੱਛੇ ਗਿਆ ਜਿੱਥੇ ਉਹ ਉਹਨਾਂ ਨੇ ਪਾਰਕ ਕੀਤੀ। ਉਹ ਫੈਮਿਲੀ ਸੀਗੀ, ਵਾਈਫ ਵੀ ਸੀਗੀ, ਬੱਚੇ ਵੀ ਸੀਗੇ ਉਹਨਾਂ ਦੇ, ਔਰ ਵੇਖਣ ਨੂੰ ਬੜੇ ਸੁਲਝੇ ਲੋਕ ਲੱਗ ਰਹੇ ਸੀ। ਜਦੋਂ ਮੈਂ ਉਹਨਾਂ ਨੂੰ ਪੁਆਇੰਟ ਕੀਤਾ ਸੋ ਉਹਨਾਂ ਨੇ ਮੈਨੂੰ ਇਹੋ ਜਿਹੀ ਕੋਈ ਭਾਸ਼ਾ ਬੋਲੀ ਸੀਗੀ ਕਿ ਬਈ ਤੈਨੂੰ ਕੀ ਤਕਲੀਫ ਹੋਈ ਆ, ਇੱਥੇ ਸਫਾਈ ਵਾਲੇ ਕਰਦੇ ਹੀ ਆ ਸਫਾਈ। ਮੈਂ ਤਾਂ ਉਹਨਾਂ ਨੂੰ ਫਿਰ ਇਹੋ ਸਮਝਾਉਣਾ ਪੈਂਦਾ ਆ ਕਿ ਬਈ ਤੁਸੀਂ ਕੈਨੇਡਾ 'ਚ ਆਏ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਇੱਜ਼ਤ ਹੋਏ ਤਾਂ ਤੁਸੀਂ ਕੈਨੇਡੀਅਨ ਬਣੋ। ਔਰ ਇਹ ਜਿਹੜੇ ਅਸੀਂ ਗੱਲ ਕਰ ਰਹੇ ਹਾਂ ਧਾਰਨਾਵਾਂ ਇਸੇ ਕਰਕੇ ਹੀ ਬਣ ਜਾਂਦੀਆਂ ਨੇ। ਕਈ ਵਾਰ ਸਾਡੇ ਅਗੇਂਸਟ ਧਾਰਨਾਵਾਂ ਇਸੇ ਕਰਕੇ ਬਣੀਆਂ ਹੋਈਆਂ ਨੇ ਕਿ ਸਾਡੇ ਵੱਲ ਕੋਈ ਵੀ ਗਲਤ ਚੀਜ਼ ਹੁੰਦੀ ਹੈ, ਚੋਰੀ ਹੁੰਦੀ ਹੈ ਕਿਤੇ ਵੀ, ਸਭ ਤੋਂ ਪਹਿਲਾਂ ਉਂਗਲ ਜਿਹੜੀ ਆ ਉਹ ਬਰੈਂਪਟਨ 'ਤੇ ਉੱਡ ਜਾਂਦੀ ਹੈ। ਇੱਥੇ ਤੁਸੀਂ ਵੀ ਸੈਰ ਕਰਨ ਜਾਂਦੇ ਹੋਵੋਗੇ, ਮੈਂ ਰੋਜ਼ ਸਵੇਰੇ ਜਾਣਾ ਜੀ। ਤੇ ਤੁਸੀਂ ਕੋਈ ਦੇਖਿਓ ਕੋਈ ਗੋਰਾ ਮਿਲੇ ਨਾ, ਉਹ ਤੁਹਾਨੂੰ ਹਾਈ ਹਾਊ ਆਰ ਯੂ ਮਤਲਬ ਕਹਿ ਕੇ ਜਾਊਗਾ। ਤੇ ਆਪਣਾ ਮੈਂ ਮਤਲਬ ਉਹਨੂੰ ਬੁਲਾਊਂ ਜ਼ਰੂਰ, ਮੈਂ ਹੱਥ ਜੋੜ ਕੇ ਮਤਲਬ ਸਤਿ ਸ਼੍ਰੀ ਅਕਾਲ, ਮੈਂ ਵੀ ਨਹੀਂ ਢੀਠ ਹੋਇਆ ਫੜਦਾ ਵੀ ਕਹਿਣੋ, ਫੇਰ ਉਹਨਾਂ ਨੂੰ ਜਵਾਬ ਦੇਣਾ ਹੀ ਪੈਂਦਾ। ਦੇਖੋ ਪਤਾ ਕੀ ਹੈ ਰਿਆੜ ਸਾਹਿਬ, ਪ੍ਰੋਬਲਮ ਇੱਥੇ ਹੈਗੀ ਆ ਕਿ ਵੇਖੋ ਮੈਂ ਉਸੇ ਗੱਲ ਕਰ ਰਿਹਾ। ਹੁਣ ਘਰ ਦੇ ਵਿੱਚ ਅਸੀਂ ਕੀ ਕਹਿੰਦੇ ਹਾਂ, ਘਰ ਦੇ ਵਿੱਚ ਅਸੀਂ ਲੜਕੀਆਂ ਨੂੰ ਕੀ ਸਿਖਾਉਂਦੇ ਹਾਂ? ਜੇ ਅਸੀਂ ਗੱਲ ਕੀਤੀ ਜਾਏ ਅਸੀਂ ਕਹਿੰਦੇ ਹਾਂ ਜੀ ਤਾਂ ਨਹੀਂ ਅੱਖ ਚੁੱਕਣੀ। ਓਕੇ, ਅਸੀਂ ਧਾਰਨਾ ਇਹ ਬਣਾਈ ਆ ਕਿ ਜੇ ਲੜਕੀ ਧੌਣ ਘੁਮਾ ਕੇ ਵੀ ਵੇਖ ਰਹੀ ਆ ਜੀ ਉਹ ਮਾੜੀ ਹੈ। ਅਸੀਂ ਧਾਰਨਾ ਇਹ ਬਣਾਈ ਆ ਕਿ ਜੇ ਆਉਂਦੇ ਜਾਂਦੇ ਨੂੰ ਉਹਨੇ ਕਿਤੇ ਸਮਾਈਲ ਵੀ ਦੇ ਦਿੱਤੀ ਤੇ ਉਹ ਮਾੜੀ ਹੈ। ਹੁਣ ਪ੍ਰੋਬਲਮ ਇੱਥੇ ਹੈਗੀ ਆ ਕਿ ਜਦੋਂ ਘਰ ਦੇ ਵਿੱਚ ਇਵੇਂ ਸਾਡੀਆਂ ਧੀਆਂ ਭੈਣਾਂ ਔਰਤਾਂ ਜਿਹੜੀਆਂ ਉਹਨਾਂ ਨੂੰ ਅਸੀਂ ਸਿਖਾਉਂਦੇ ਹਾਂ, ਅਸੀਂ ਉਹਨਾਂ ਨੂੰ ਜੱਜ ਕਰਦੇ ਹਾਂ, ਤੇ ਉਹਨਾਂ ਨੂੰ ਫਿਰ ਭਾਵੇਂ ਉਹ ਕੈਨੇਡਾ 'ਚ ਆ ਜਾਣ, ਭਾਵੇਂ ਉਹ ਅਮਰੀਕਾ 'ਚ ਹੋਣ, ਚਾਹੇ ਆਸਟ੍ਰੇਲੀਆ 'ਚ ਹੋਣ, ਉਹਨਾਂ ਲਈ ਇਹ ਬੜੀ ਔਖੀ ਚੀਜ਼ ਹੈਗੀ ਹੈ ਕਿ ਜੇ ਉਹ ਜਾ ਰਹੀਆਂ ਨੇ ਕਿਤੇ ਕ੍ਰਾਸ ਕਰ ਰਹੀਆਂ ਤਾਂ ਤੁਸੀਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਵੀ ਬੁਲਾਓਗੇ ਤੇ ਤੁਹਾਨੂੰ ਉਹਨਾਂ ਨੇ ਇਵੇਂ ਲੱਗਣਾ ਕਿ ਸ਼ਾਇਦ ਤੁਸੀਂ ਕੋਈ ਗਲਤ ਕੀਤਾ, ਕਿਉਂਕਿ ਉਹਨਾਂ ਦੇ ਮਨ 'ਚ ਇਵੇਂ ਬਿਠਾਇਆ ਹੋਇਆ। ਔਰ ਇਵੇਂ ਦੀ ਸੋਚ ਜਿਹੜੀ ਹੈ ਇਹੀ ਸਾਨੂੰ ਤੰਗ ਕਰ ਰਹੀ ਹੈ ਅੱਜ ਦੇ ਦਿਨ 'ਚ। ਅੱਛਾ, ਮੈਂ ਤੁਹਾਡਾ ਟਾਈਮ ਕੀਮਤੀ ਹੈ। ਹਾਂਜੀ, ਇੱਕ ਤੁਹਾਨੂੰ ਮੈਂ ਹੋਰ ਐਗਜ਼ਾਮਪਲ ਦਿੰਦਾ। ਵੈਸਟਵੁੱਡ ਮਾਲ ਆ, ਹੁਣ ਤੇ ਨਿੱਕੇ ਨਿੱਕੇ ਸਟੋਰ ਬਣ ਗਏ ਨਾ। ਜਦੋਂ ਪਹਿਲਾਂ ਉਦਾਂ ਮਾਲ ਹੁੰਦਾ ਸੀ, ਵੱਡੇ ਸਟੋਰ ਹੁੰਦੇ ਸੀ, ਤੇ ਇੱਥੇ ਆਪਣੇ ਬਜ਼ੁਰਗ ਕੀ ਕਰਦੇ ਹੁੰਦੇ ਸੀ, ਉਹ ਸਾਹਮਣੇ ਉਹ ਬਹਿ ਜਾਣਾ ਬੈਂਚ ਤੇ ਕੋਈ ਗੋਰੀ ਉਹ ਐਂਟਰ ਕਰਨੀ, ਉਹਨੂੰ ਉੱਥੋਂ ਵੜ ਕੇ ਲੈ ਕੇ ਉਹ ਜਿੰਨਾ ਚਿਰ ਉਹ ਦੂਰੇ ਪਾਸੇ ਉਹਦੀ ਪਿੱਠ ਦੂਰ ਤੱਕ ਨਹੀਂ ਚਲੇ ਉਹਨੂੰ ਚਾਹੇ ਦੇਖੀ ਜਾਣਾ। ਰਿਆਜ਼ ਸਾਹਿਬ ਬਿਲਕੁਲ ਗੱਲ ਸਹੀ ਹੈ। ਮੈਂ ਅੱਗੇ ਸ਼ੁਰੂ ਦੇ ਵਿੱਚ ਸ਼ਾਇਦ ਪ੍ਰੋਗਰਾਮ ਤੁਸੀਂ ਨਹੀਂ ਸੁਣਿਆ, ਮੈਂ ਉਦੋਂ ਗੱਲ ਕਰ ਚੁੱਕਿਆ ਸੀਗਾ ਕਿ ਸਾਡੀ ਧਾਰਨਾ ਕੀ ਹੈ। ਅਸੀਂ ਸੋਚਦੇ ਹਾਂ ਜੀ ਚਿੱਟੇ ਧੌਲੇ ਆ, ਇਹ ਬੰਦਾ ਜਿਹੜਾ ਹੈ ਇਹ ਬਿਲਕੁਲ ਸਹੀ ਹੈ। ਤੇ ਤੁਸੀਂ ਇਹੋ ਜਿਹੇ ਤੁਸੀਂ ਹੁਣੇ ਇੱਕ ਉਦਾਹਰਨ ਦਿੱਤੀ ਹੈ। ਅਸੀਂ ਬਹੁਤ ਸਾਰੇ ਇੱਥੇ ਲੋਕ ਐਸੇ ਵੇਖੇ ਨੇ ਜਿਨ੍ਹਾਂ ਦੀ ਉਮਰ ਦਾ ਕੋਈ ਸਿਕਿਉਰਿਟੀ ਗਾਰਡ ਲਾਇਆ ਜੀ ਉੱਥੇ, ਵੀ ਉਹ ਬੰਦ ਕੀਤੇ ਆਪਣੇ ਬਜ਼ੁਰਗ ਬਣੇ। ਹਾਂ ਬਿਲਕੁਲ ਸਹੀ ਗੱਲ ਹੈ। ਵੇਖੋ ਬਜ਼ੁਰਗ ਹੋਣਾ ਇੱਕ ਕਰੈਕਟਰ ਨੂੰ ਡਿਫਾਈਨ ਨਹੀਂ ਕਰਦਾ, ਠੀਕ ਹੈ। ਇਹ ਵੇਖੋ ਫੌਜਾ ਸਿੰਘ ਵਰਗੇ ਜਿਹੜੇ ਆ ਉਹ ਵੀ ਬਜ਼ੁਰਗ ਨੇ ਜਿਹੜੇ ਕਿ ਐਸ ਏਜ ਵੀ ਇੰਨੇ ਫਿੱਟ ਨੇ, ਜਿਹੜੇ ਉਹਨੇ ਜਵਾਨ ਬੱਚੇ ਜਿਹੜੇ ਆ ਫਿੱਟ ਨਹੀਂ ਹੁੰਦੇ। ਤੇ ਬੜੇ ਬੱਚੇ ਜਿਹੜੇ ਆ ਯੰਗ ਬੱਚੇ ਨੇ ਬਹੁਤ ਸ਼ਰੀਫ ਵੀ ਨੇ, ਔਰ ਬੜੇ ਇਹੋ ਜਿਹੇ ਬਜ਼ੁਰਗ ਨੇ ਜਿਹੜੇ ਜਿਨ੍ਹਾਂ ਨੂੰ ਸ਼ਰੀਫ ਕਹਿਣਾ ਵੀ ਬੜੀ ਸ਼ਰਮ ਵਾਲੀ ਗੱਲ ਹੈ। ਸੋ ਇਹ ਚੀਜ਼ ਅਸੀਂ ਗੱਲ ਕਰ ਰਹੇ ਹਾਂ ਕਿ ਸਟੀਰੀਓਟਾਈਪ ਜਿਹੜੀ ਅਸੀਂ ਧਾਰਨਾ ਬਣਾ ਲੈਂਦੇ ਹਾਂ ਨਾ ਕਿ ਬਜ਼ੁਰਗ ਹੈ ਤੇ ਬਈ ਉਹਦੇ ਲਾਗੇ ਬਹੁਤ ਵਾਰੀ ਵੇਖੋ, ਮੈਂ ਹੁਣ ਡਾਇਰੈਕਟਰ ਪੀਲ ਕ੍ਰਾਈਮ ਸਟਾਪਰ ਵੀ ਹਾਂ। ਕਈ ਕੇਸ ਇਹੋ ਜਿਹੇ ਆਉਂਦੇ ਆ ਜਿੱਥੇ ਜੀ ਬਜ਼ੁਰਗ ਬੰਦਾ ਜਿਹੜਾ ਆ ਮੋਲੈਸਟੇਸ਼ਨ ਉਹਨੇ ਕੀਤੀ ਹੈ, ਉਹ ਲੜਕੀ ਜਿਹੜੀ ਹੈ ਉਹਨੂੰ ਬੱਚਾ ਕਈ ਵਾਰ ਮਾਂ-ਬਾਪ ਕਈ ਹੋਰ ਲੋਕ ਜਿਹੜੇ ਛੱਡ ਦਿੰਦੇ ਇਹ ਸੋਚ ਕੇ ਕਿ ਇਹ ਬੁੱਢਾ ਬੰਦਾ ਇਹਦੇ ਲਾਗੇ ਛੱਡ ਦਿਓ, ਜੇ ਯੰਗ ਹੈ ਉਹਦੇ ਤੋਂ ਖਤਰਾ ਹੈ ਕਿਉਂਕਿ ਉਹ ਯੰਗ ਹੈ। ਇਹ ਧਾਰਨਾ ਹੀ ਹੈ। ਮੈਂ ਤੁਹਾਨੂੰ ਹੁਣ ਇਹ ਜੋ ਗੱਲ ਤੋਂ ਗੱਲ ਵਿੱਚ ਇੱਕ ਹੋਰ ਐਗਜ਼ਾਮਪਲ ਦਿਆਂ। ਕਿਸੇ ਗੁਰਦੁਆਰੇ ਨਿਆਣਿਆਂ ਦਾ ਕੈਂਪ ਲੱਗਦਾ ਹੁੰਦਾ ਸੀ ਜੀ, ਤੇ ਉੱਥੇ ਇੱਕ ਬਜ਼ੁਰਗ ਤੇ ਉਹ ਕੁੜੀਆਂ ਮਤਲਬ ਵੀ ਉਹਨੂੰ ਸੌਂਪੀ ਜ਼ਿੰਮੇਵਾਰੀ ਕੈਂਪ ਵਿੱਚ, ਤੇ ਉਹਨੇ ਕੁੜੀ ਨੂੰ ਛੇੜਤਾ ਜੀ ਬਜ਼ੁਰਗ ਜੀ। ਤੇ ਚਲੋ ਇਹ ਗੁਰਦੁਆਰੇ ਵਾਲਿਆਂ ਨੇ ਪੁਲਿਸ ਨੂੰ ਨਹੀਂ ਵੈਸੇ ਕਿਹਾ, ਕੋਈ ਇਹ ਨਾ ਦੱਸਿਆ, ਪਰ ਉਹਨੂੰ ਉੱਥੋਂ ਕੱਢਿਆ ਫਿਰ।
ਦੇਖੋ ਇਹ ਜੀ ਤੁਸੀਂ ਚੰਗੀ ਗੱਲ ਆ, ਤੁਸੀਂ ਖੁੱਲ੍ਹ ਕੇ ਵੇਖੋ ਇਹ ਚੀਜ਼ਾਂ ਵਿਭਾਗ ਗੱਲ ਦੱਸ ਰਹੇ ਹੋ। ਇਹੋ ਟੌਪਿਕ ਜਿਹੜਾ ਆ ਅਸੀਂ ਗੱਲ ਵੀ ਇਸੇ ਚੀਜ਼ ਦੀ ਕਰ ਰਹੇ ਹਾਂ ਕਿ ਚਾਹੇ ਸਾਡੀਆਂ ਨੂੰਹਾਂ ਵਾਲੀ ਧਾਰਨਾ ਹੋਏ, ਚਾਹੇ ਸਾਡੇ ਬੱਚਿਆਂ ਵਾਲੀ ਧਾਰਨਾ ਹੋਏ, ਚਾਹੇ ਬੱਚਾ ਅਡਾਪਟ ਕਰਨਾ ਆ ਉਹਦੀ ਧਾਰਨਾ ਆ, ਇਹ ਧਾਰਨਾਵਾਂ ਇੰਨੀਆਂ ਬਣੀਆਂ ਹੋਈਆਂ ਕਿ ਅਸੀਂ ਆਪਣਾ ਦਿਮਾਗ ਜਿਹੜਾ ਹੈ ਉਹ ਵਰਦੇ ਹੀ ਨਹੀਂ। ਬਹੁਤ ਵਾਰੀ ਅਸੀਂ ਧੋਖਾ ਵੀ ਇਸ ਕਰਕੇ ਖਾਂਦੇ ਹਾਂ, ਜਿਵੇਂ ਤੁਸੀਂ ਗੱਲ ਕੀਤੀ, ਅਸੀਂ ਇਹ ਸੋਚ ਕੇ ਬਹੁਤ ਸਕੂਨ ਲੈਂਦੇ ਹਾਂ ਕਿ ਸਾਡਾ ਬੱਚਾ ਜੀ ਕਿਸੇ ਬਜ਼ੁਰਗ ਕੋ ਛੱਡਤਾ, ਉਹ ਬੱਚਾ ਸੇਫ ਹੈ। ਸਾਨੂੰ ਨਹੀਂ ਪਤਾ, ਕਿਉਂਕਿ ਅਸੀਂ ਇਹ ਸਿਰਫ ਇਹ ਚਿੱਟੀ ਦਾੜੀ ਵੇਖ ਲਈ ਅਤੇ ਅਸੀਂ ਉਹਨੂੰ ਸ਼ਰੀਫ ਮੰਨ ਲਿਆ। ਯੰਗ ਬੰਦਾ ਹੋਏਗਾ, ਹੋ ਸਕਦਾ ਉਹ 10 ਗੁਣਾ ਉਹਦੇ ਨਾਲੋਂ ਸ਼ਰੀਫ ਹੋਏ, ਪਰ ਉਹਦੇ 'ਤੇ ਅਸੀਂ ਟਰਸਟ ਨਹੀਂ ਕਰਾਂਗੇ ਕਿਉਂਕਿ ਉਹ ਯੰਗ ਹੈ। ਹਾਂ, ਸੋ ਬਹੁਤ ਬਹੁਤ ਮਿਹਰਬਾਨੀ, ਤੁਸੀਂ ਕਾਲ ਕੀਤੀ ਹੈ, ਬੜਾ ਖੁਸ਼ੀ ਹੋਈ ਹੈ। ਹਾਂਜੀ, ਬਹੁਤ ਬਹੁਤ ਮਿਹਰਬਾਨੀ ਜੀ। ਠੀਕ ਹੈ, ਅਤੇ ਜਿਵੇਂ ਸਾਡੇ ਕਾਲਰਸ ਵੀ ਜਿਹੜੇ ਆ ਆਪਣੀ ਗੱਲਾਂ ਸ਼ੇਅਰ ਕਰ ਰਹੇ ਨੇ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕਿਤੇ ਨਾ ਕਿਤੇ ਉਹ ਸਟੀਰੀਓਟਾਈਪ ਥਿੰਕਿੰਗ ਜਿਹੜੀ ਹੈ, ਜਿੱਥੇ ਇਸ ਧਾਰਨਾ ਬਣ ਜਾਂਦੀ ਹੈ, ਉਸ ਧਾਰਨਾ ਦੇ ਕਾਰਨ ਬੜੇ ਰਿਸ਼ਤੇ ਵੀ ਖਰਾਬ ਹੁੰਦੇ ਨੇ, ਬੜੇ ਹੀ ਸਮਾਜ ਦੇ ਵਿੱਚ ਇਸ਼ੂਜ਼ ਆਉਂਦੇ ਨੇ। ਔਰ ਇੱਥੋਂ ਤੱਕ ਵੀ ਜਿਵੇਂ ਅਸੀਂ ਬਾਰ-ਬਾਰ ਗੱਲ ਕਰ ਰਹੇ ਹਾਂ ਕਿ ਜੋ ਇਨਸੀਡੈਂਟ, ਜੋ ਮੰਦਭਾਗੀ ਚੀਜ਼ ਜਿਹੜੀ ਆ ਲੰਡਨ ਇੰਟੈਰੀਓ 'ਚ ਹੋਈ ਆ, ਉਹ ਵੀ ਇੱਕ ਧਾਰਨਾ ਦੀ ਹੀ ਸੋਚ ਹੈ ਕਿ ਇਹ ਧਾਰਨਾ ਬਣੀ ਹੋਈ ਹੈ। ਪਿਕਚਰਾਂ ਵਿਖਾਉਂਦੀਆਂ ਨੇ ਕਿ ਜੇ ਕੋਈ ਪਠਾਣੀ ਸੂਟ ਪਾ ਕੇ ਚੱਲ ਰਿਹਾ, ਕੋਈ ਹਿਜਾਬ ਪਾ ਕੇ ਚੱਲ ਰਿਹਾ, ਜਾਂ ਕੋਈ ਦਾੜੀ ਰੱਖੀ ਹੈ, ਕਿਸੇ ਨੇ ਸਿਰ 'ਤੇ ਪਗੜੀ ਬੰਨੀ ਹੈ, ਅਤੇ ਉਹ ਵਿਲਨ ਹੈ। ਇਹ ਦਿਮਾਗ ਦੇ ਵਿੱਚ ਇਵੇਂ ਫੀਡ ਕਰਤਾ ਜਾਂਦਾ ਹੈ। ਜੇ ਅਸੀਂ ਉਸ ਇਨਸੀਡੈਂਟ ਦੀ ਗੱਲ ਕਰੀਏ ਜਿੱਥੇ ਕਿ ਅਗਰ ਸੇਮ ਚੀਜ਼ ਜਿਹੜੀ ਹੈ ਉਹ ਕਿਸੇ ਐਥਨਿਕ ਇਨਸਾਨ ਨੇ ਕੀਤੀ ਹੁੰਦੀ ਅਤੇ ਉਹਦੀਆਂ ਪਿਕਚਰਾਂ ਇਵੇਂ ਸਰਕੂਲੇਟ ਕਰਨੀਆਂ ਸੀਗੀਆਂ ਇੱਥੋਂ ਦੇ ਮੀਡੀਆ ਨੇ ਕਿ ਉਹਦੇ ਹੱਥ 'ਚ ਕੋਈ ਬੰਦੂਕ, ਕੋਈ ਦਨਾਲੀ, ਕੋਈ ਹੋਰ ਚੀਜ਼ ਜਿਹੜੀ ਹੈ ਵਿਖਾਉਣੀ ਸੀਗੀ, ਕਿਸੇ ਗੁਰਦੁਆਰੇ ਮਸਜਿਦ ਦੇ ਨਾਲ ਉਹਨੂੰ ਜੋੜ ਦੇਣਾ ਸੀਗਾ। ਮਗਰ ਕਿਉਂਕਿ ਧਾਰਨਾ ਇਹ ਬਣੀ ਹੈ ਕਿ ਇਹ ਇੱਕ ਵਾਈਟ ਇਨਸਾਨ ਹੈ, ਇਹ ਗਲਤ ਨਹੀਂ ਕਰ ਸਕਦਾ, ਇਹ ਟੈਰਰਿਸਟ ਨਹੀਂ ਹੋ ਸਕਦਾ, ਉਹਨਾਂ ਦੀਆਂ ਪਿਕਚਰਾਂ ਜਿਹੜੀਆਂ ਨੇ ਉਹ ਫਿਸ਼ਿੰਗ ਕਰਦਿਆਂ, ਦੌੜਦਿਆਂ ਵਿਖਾਈਆਂ ਜਾ ਰਹੀਆਂ ਨੇ। ਇਹੀ ਸਟੀਰੀਓਟਾਈਪ ਕਾਰਨ ਅੱਜ ਸਾਨੂੰ ਇੱਕ ਨਾਰਮਲ ਸੋਚ ਤੋਂ ਜਿਹਨੇ ਬਲੌਕ ਕੀਤਾ ਆ ਉਹਨੂੰ ਹਟਾਉਣ ਦੀ ਲੋੜ ਹੈ। ਸਾਨੂੰ ਇਹ ਹਟਾਉਣ ਦੀ ਲੋੜ ਹੈ ਕਿ ਇੰਨੇ ਲੱਖਾਂ ਡਾਲਰ ਤੁਸੀਂ ਆਪਣੇ ਬੱਚੇ ਦੇ ਚੱਕਰ 'ਚ, ਇੰਨੀ ਸਟ੍ਰੈਸ ਜਿਹੜੀ ਹੈ ਇੱਕ ਆਪਣੇ ਬੱਚੇ ਦੇ ਚੱਕਰ 'ਚ ਨਾ ਲਾਓ। ਤੁਸੀਂ ਬੱਚਾ ਅਡਾਪਟ ਵੀ ਕਰ ਸਕਦੇ ਹੋ, ਉਸ ਬੱਚੇ ਦੀ ਜ਼ਿੰਦਗੀ ਬੈਟਰ ਵੀ ਕਰ ਸਕਦੇ ਹੋ, ਉਸ ਬੱਚੇ ਨੂੰ ਵੀ ਓਨਾ ਹੀ ਪਿਆਰ ਕਰ ਸਕਦੇ ਹੋ ਜਿੰਨਾ ਤੁਸੀਂ ਆਪਣੇ ਬੱਚੇ ਨੂੰ ਕਰਨਾ ਸੀਗਾ। ਕਿਉਂਕਿ ਬੱਚਾ ਆਪਣਾ ਹੋਏ ਅਤੇ ਚਾਹੇ ਤੁਸੀਂ ਅਡਾਪਟ ਕੀਤਾ ਹੋਏ, ਬੱਚਾ ਉਹ ਕਰੇਗਾ ਜੋ ਤੁਸੀਂ ਉਹਨੂੰ ਗਰੂਮ ਕਰੋਗੇ। ਬੱਚਾ ਉਹ ਕਰੇਗਾ ਜਿਵੇਂ ਉਸ ਘਰ ਦੇ ਵਿੱਚ ਮਾਹੌਲ ਵੇਖੇਗਾ। ਜਿੰਨੀ ਖੁੱਲ੍ਹੀ ਸੋਚ ਬੱਚੇ ਨੂੰ ਘਰ 'ਚ ਦਿਓਗੇ, ਉਹਨੇ ਉਵੇਂ ਹੀ ਕਰਨਾ। ਕਿੰਨੇ ਸਾਰੇ ਐਸੇ ਆਪਣੇ ਬੱਚੇ ਆ ਜਿਹੜੇ ਆਪਣੇ ਮਾਂ-ਬਾਪ ਨੂੰ ਘਰੋਂ ਬਾਹਰ ਕੱਢ ਦਿੰਦੇ ਆ। ਕਿੰਨੇ ਐਸੇ ਆਪਣੇ ਬੱਚੇ ਜੰਮੇ ਹੋਏ ਆ ਜਿਹੜੇ ਆਪਣੇ ਮਾਂ-ਬਾਪ 'ਤੇ ਹੱਥ ਵੀ ਚੁੱਕਦੇ ਆ। ਕਿੰਨੇ ਐਸੇ ਆਪ ਮੰਗੇ ਹੋਏ ਅਰਦਾਸਾਂ ਕਰਕੇ ਲੜਕੇ ਨੇ ਜਿਹੜੇ ਆਪਣੇ ਮਾਂ-ਬਾਪ ਨੂੰ ਪਾਣੀ ਤੱਕ ਨਹੀਂ ਪੁੱਛਦੇ। ਬਹੁਤ ਸਾਰੇ ਐਸੇ ਅਰਦਾਸਾਂ ਕਰਾ ਕੇ, ਸੁਖਨਾਵਾਂ ਸੁੱਖ ਕੇ ਜੰਮੇ ਹੋਏ ਆਪ ਦੇ ਲੜਕੇ ਜਿਹੜੇ ਆ ਉਹ ਘਰਦਿਆਂ ਨੂੰ ਘਰ 'ਚ ਵੀ ਨਹੀਂ ਰੱਖਦੇ। ਬਜ਼ੁਰਗ ਜਿਹੜੇ ਨੇ ਇੱਥੇ ਕਿੰਨੇ ਹੀ ਸਟੋਰਾਂ ਦੇ ਵਿੱਚ ਕੰਮ ਕਰਦੇ ਮਿਲਦੇ ਨੇ, ਉਹ ਵੀ ਕਿਸੇ ਨਾ ਕਿਸੇ ਦੇ ਮਾਂ-ਬਾਪ ਨੇ, ਉਹਨਾਂ ਦੇ ਵੀ ਆਪਣੇ ਜੰਮੇ ਬੱਚੇ ਨੇ, ਮਗਰ ਉਹਨਾਂ ਨੂੰ ਸਟੋਰ 'ਤੇ ਸਵੇਰੇ ਛੱਡ ਦਿੱਤਾ ਜਾਂਦਾ। ਸਾਰਾ ਦਿਨ ਉਹ ਲੇਬਰ ਕਰਦੇ ਨੇ, ਫਿਰ ਆਪਣੀ ਰੋਟੀ ਕਮਾਉਂਦੇ ਨੇ। ਬਹੁਤ ਸਾਰੇ ਐਸੇ ਬਜ਼ੁਰਗ ਨੇ ਜਿਨ੍ਹਾਂ ਉੱਤੇ ਮੋਲੈਸਟੇਸ਼ਨ ਦੇ ਕੇਸਿਸ ਪੈਂਦੇ ਆ। ਇਸ ਕਰਕੇ ਅਸੀਂ ਕਈ ਵਾਰ ਬਹੁਤ ਵਾਰੀ ਆਪਣੇ ਲੜਕੀਆਂ ਬੱਚੀਆਂ ਉਹਨਾਂ ਕੋਲ ਛੱਡ ਦਿੰਦੇ ਹਾਂ। ਬਹੁਤ ਸਾਰੇ ਐਸੇ ਯੰਗ ਬੱਚੇ ਵੀ ਨੇ ਜਿਹੜੇ ਬਹੁਤ ਚੰਗੇ ਨੇ। ਬੜੀ ਧਾਰਨਾਵਾਂ ਨੇ ਕਿ ਜੇ ਕੋਈ ਲੜਕੀ ਡਰਿੰਕ ਕਰਦੀ ਹੈ ਤਾਂ ਉਹ ਮਾੜੀ ਹੈ, ਔਰ ਇਹ ਬੜੀ ਵੱਡੀ ਧਾਰਨਾ ਹੈ ਕਿ ਅਗਰ ਲੜਕੀ ਐਸਾ ਕੁਛ ਨਹੀਂ ਕਰਦੀ, ਸਵੇਰੇ ਉੱਠ ਕੇ ਪਾਠ ਕਰਦੀ ਹੈ ਤਾਂ ਉਹ ਲੜਕੀ ਬਹੁਤ ਚੰਗੀ ਹੈ। ਔਰ ਕਈ ਵਾਰ ਇਸੇ ਕਾਰਨ ਸਾਨੂੰ ਧੋਖੇ ਹੁੰਦੇ ਨੇ। ਇਹ ਲੜਕੀ ਐਸੇ ਕੱਪੜੇ ਨਹੀਂ ਪਾਉਂਦੀ, ਇਹ ਚੰਗੀ ਹੈ। ਇਹ ਲੜਕਾ ਇਵੇਂ ਦੀ ਚੀਜ਼ ਨਹੀਂ ਕਰਦਾ, ਇਹ ਇਹੋ ਜਿਹੀ ਹਰਕਤ ਨਹੀਂ ਕਰਦਾ, ਇਹ ਲੜਕਾ ਖਰਾਬ ਹੈ। ਇਹ ਜਿਹੜੀਆਂ ਧਾਰਨਾਵਾਂ ਕਾਰਨ ਅਸੀਂ ਆਪਣਾ ਦਿਮਾਗ ਬੰਦ ਕਰ ਦਿੰਦੇ ਹਾਂ, ਉਸੇ ਨੂੰ ਸਟੀਰੀਓਟਾਈਪ ਕਿਹਾ ਜਾਂਦਾ। ਔਰ ਉਹਦੇ ਕਾਰਨ ਹੀ ਸਾਨੂੰ ਸਾਰੇ ਇਸ਼ੂਜ਼ ਆਉਂਦੇ ਨੇ ਰੋਜ਼ ਦੀ ਜ਼ਿੰਦਗੀ 'ਚ, ਸਾਡੇ ਰਿਸ਼ਤਿਆਂ ਦੇ ਵਿੱਚ, ਸਮਾਜ ਦੇ ਵਿੱਚ। ਹੋਰ ਵੀ ਬਹੁਤ ਸਾਰੇ ਐਸੇ ਸਟੀਰੀਓਟਾਈਪ ਇਸ਼ੂਜ਼ ਨੇ ਜਿਹੜੇ ਕਿ ਸਾਡੀ ਸੋਚ ਨੂੰ ਬੰਦ ਕਰ ਦਿੰਦੇ ਨੇ। ਉਹਦੇ ਵਿੱਚ ਬਹੁਤ ਵੱਡਾ ਸਟੀਰੀਓਟਾਈਪ ਇਹ ਹੈ ਕਿ ਸਾਡੇ ਭਾਈਚਾਰੇ ਵਿੱਚ ਅਸੀਂ ਜੇ ਗੱਲ ਕਰੀਏ ਤਾਂ ਅਸੀਂ ਅਜੇ ਤੱਕ ਵੀ ਗੇਜ਼, ਲੈਸਬੀਅਨਸ ਇਹਨਾਂ ਨੂੰ ਐਕਸੈਪਟ ਨਹੀਂ ਕਰ ਸਕੇ। ਅਸੀਂ ਇਹ ਮੰਨ ਨਹੀਂ ਸਕੇ
ਕਿ ਸਾਡੇ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਇਹੋ ਜਿਹਾ ਕੋਈ ਵੀ ਕਮਿਊਨਿਟੀ ਐਗਜ਼ਿਸਟ ਕਰਦੀ ਹੈ ਜਿਹੜੀ ਕਿ ਗੇ ਹੋਏ, ਜਿਹੜੀ ਕਿ ਲੈਸਬੀਅਨ ਹੋਏ। ਅੱਜ ਵੀ ਉਹਨਾਂ ਨੂੰ ਸਮਾਜਿਕ ਤੌਰ 'ਤੇ ਇਵੇਂ ਬੁਰੀ ਤਰ੍ਹਾਂ ਵੇਖਿਆ ਜਾਂਦਾ ਹੈ ਕਿ ਅਸੀਂ ਉਹਨਾਂ ਨੂੰ ਇੱਕ ਐਕਸੈਪਟੈਂਸ ਵੀ ਨਹੀਂ ਦਿੰਦੇ। ਇਸੇ ਕਾਰਨ ਸਾਡੇ ਜਿੰਨੇ ਵੀ ਸੋਸ਼ਲ ਹੈਲਥ ਸਰਵਿਸਿਜ਼ ਨੇ, ਕਮਿਊਨਿਟੀ ਸਰਵਿਸਿਜ਼ ਨੇ, ਉਹਦੇ ਵਿੱਚ ਇਹਨਾਂ ਬਾਰੇ ਗੱਲ ਬੇਸ਼ੱਕ ਕੀਤੀ ਜਾਂਦੀ ਹੈ, ਮਗਰ ਕੋਈ ਵੀ ਉੱਥੇ ਜਾ ਕੇ ਆਪਣੇ ਆਪ ਨੂੰ ਇਹ ਰਜਿਸਟਰ ਨਹੀਂ ਕਰਾ ਸਕਦਾ ਕਿ ਉਹ ਕੋਈ ਲੈਸਬੀਅਨ ਹੈ, ਕੋਈ ਗੇ ਹੈ। ਇਹ ਵੀ ਇੱਕ ਮਾਨਸਿਕ ਤੌਰ 'ਤੇ ਬਣੀ ਹੋਈ ਇੱਕ ਬਲੌਕ ਹੈ। ਕੀ ਅਸੀਂ ਮੰਨ ਲਈਏ ਕਿ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਕੋਈ ਲੈਸਬੀਅਨ ਜਾਂ ਗੇ ਹੈ ਨਹੀਂ? ਇਹ ਸਾਰੇ ਸਾਡੇ ਸਟੀਰੀਓਟਾਈਪ ਨੇ। ਇਹ ਇੰਨੇ ਪੱਕੀ ਸੋਚ ਬਿਨਾਂ ਅਸੀਂ ਕਿਸੇ ਨਾਲ ਇੰਟਰੈਕਟ ਕੀਤਿਆਂ, ਬਿਨਾਂ ਅਸੀਂ ਕਿਸੇ ਨੂੰ ਜਾਣਿਆ, ਜਦੋਂ ਅਸੀਂ ਜੱਜਮੈਂਟਸ ਪਾਸ ਕਰਦੇ ਹਾਂ, ਉਹਦੇ ਨਾਲ ਹੀ ਸਾਰੇ ਇਸ਼ੂਜ਼ ਆਉਂਦੇ ਨੇ। ਅੱਜ ਦਾ ਜਿਹੜਾ ਟੌਪਿਕ ਸੀਗਾ ਉਹਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਕਿ ਅਸੀਂ ਉਹਨਾਂ ਇਹੋ ਜਿਹੀਆਂ ਧਾਰਨਾਵਾਂ ਦੇ ਬਾਰੇ ਗੱਲ ਕੀਤੀ ਜਾਏ ਜਿਨ੍ਹਾਂ ਦੇ ਕਾਰਨ ਇਸ ਵੇਲੇ ਸਾਡੇ ਰਿਸ਼ਤੇ ਜਿਹੜੇ ਨੇ ਉਹ ਖਰਾਬ ਹੋ ਰਹੇ ਨੇ। ਉਮੀਦ ਕਰਦੇ ਹਾਂ ਕਿ ਇਹਨਾਂ ਤੋਂ ਸ਼ਾਇਦ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਰਿਲੇਟ ਕੀਤਾ ਹੋਇਆ। ਔਰ ਅਗਲੇ ਐਤਵਾਰ ਫਿਰ ਇੱਕ ਨਵੇਂ ਟੌਪਿਕ ਨਾਲ ਫਿਰ ਹਾਜ਼ਰ ਹੋਵਾਂਗੇ। ਤੁਹਾਡੇ ਤੋਂ ਅਲਵਿਦਾ ਲੈਂਦੇ ਹਾਂ। ਤੁਹਾਡਾ ਸਾਰਿਆਂ ਦਾ ਰੱਬ ਰੇਖਾ। ਔਰ ਜਾਂਦਿਆਂ ਜਾਂਦਿਆਂ ਇੱਕ ਖੂਬਸੂਰਤ ਗਾਣਾ ਤੁਹਾਡੇ ਸਾਰਿਆਂ ਲਈ। ਮੇਰੀ ਅੱਖੀਆਂ 'ਚ ਹੱਸਦੇ ਆ ਸਜਣਾ, ਮੇਰੀ ਅੱਖੀਆਂ 'ਚ ਹੱਸਦੇ ਆ ਸਜਣਾ, ਵੇ ਮੇਰੇ ਦਿਲ ਵਿੱਚ ਵਸਦੇ ਆ ਸਜਣਾ। ਇਹ ਮੇਰੀ ਜਾਨ ਮੈਂ ਤੇਰੇ ਨਾਲ, ਇਹ ਮੇਰੀ ਜਾਨ ਤੇਰੇ ਨਾਲ।